ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਹਾਜ਼ਰਾਂ ਲੈ ਕੇ ਅੱਜ ਦਾ ਮੁੱਦਾ ਲਾਈਵ ਮੇਰੇ ਨਾਲ ਜੁੜ ਚੁੱਕੇ ਨੇ। ਕਮਰ ਮੰਜ਼ਿਲ ਜੀ ਤੇ ਰਜਿੰਦਰ ਮਹਿੰਦਰ ਜੀ ਦੋਨਾਂ ਦਾ ਹਾਰਦਿਕ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਮੁੱਦੇ ਦੀ ਗੱਲ ਕਰੀਏ ਜੀ। ਅੱਜ ਦੇ ਮੁੱਦੇ ਦੇ ਉੱਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ, ਮਣੀਪੁਰ ਦੇ ਵਿੱਚ ਜਿਹੜਾ ਕਾਂਡ ਹੋਇਆ, ਔਰਤਾਂ ਨੂੰ ਨਗਨ ਜਿਹੜਾ ਘੁਮਾਇਆ ਗਿਆ, ਹਿੰਸਾ ਕੀਤੀ ਗਈ, ਜਬਰ ਜਨਾਹ ਹੋਇਆ ਉਹਨਾਂ ਦੇ ਨਾਲ। ਹਾਲਾਂਕਿ ਕਈ ਦਿਨਾਂ ਤੋਂ ਦੋ ਭਾਈਚਾਰਿਆਂ ਵਿਚਾਲੇ ਹਿੰਸਾ ਦਾ ਦੌਰ ਚੱਲ ਰਿਹਾ ਸੀ। ਕਤਲ ਉਗਾਰ ਜਿਹੜੀ ਮਚੀ ਹੋਈ ਸੀ, ਉਸ ਤੋਂ ਪਹਿਲਾਂ ਜਿਹੜੀ ਪੱਛਮੀ ਬੰਗਾਲ ਦੇ ਵਿੱਚ ਵੀ ਲਗਾਤਾਰ ਕਤਲ ਉਗਾਰ ਇਸ ਤਰੀਕੇ ਨਾਲ ਮਚੀ ਰਹੀ ਹੈ। ਪਿਛਲੀਆਂ ਚੋਣਾਂ 'ਚ ਵੀ ਤੇ ਐਤਕੀ ਵੀ ਪੰਚਾਇਤ ਚੋਣਾਂ ਸੀ, ਉਹ 'ਚ ਕਤਲ ਉਗਾਰ ਮਚੀ ਰਹੀ ਹੈ। ਪਰ ਇੱਕ ਗੱਲ ਦੀ ਜਿਹੜੀ ਆ ਉਹ ਸਮਝ ਨਹੀਂ ਹਲੇ ਆ ਰਹੀ ਕਿ ਘਿਨਾਉਣਾ ਅਪਰਾਧ ਹੈ ਇਹ ਸੱਚ ਹੈ। ਕਿਸੇ ਔਰਤ ਨਾਲ ਇਸ ਤਰ੍ਹਾਂ ਦੀ ਬੇਹੂਦਗੀ ਜਿਹੜੀ ਆ ਬਰਦਾਸ਼ਤ ਤੋਂ ਬਾਹਰ ਹੈ। ਪਰ ਕਿਸੇ ਦਾ ਕਤਲ ਜਿਹੜਾ ਕਰਨਾ, ਸਿਆਸੀ ਮਨਸ਼ਾ ਲਈ ਕਤਲ ਕਰਨਾ, ਬਦਲਾਖੋਰੀ ਲਈ ਕਤਲ ਕਰਨਾ, ਸਮੂਹਿਕ ਤੌਰ ਤੇ ਭੀੜਾਂ ਨੇ ਇਕੱਠੀਆਂ ਹੋ ਕੇ ਦੂਜਿਆਂ ਦੇ ਤੇ ਲੋਕਾਂ ਤੇ ਹਮਲੇ ਕਰਕੇ ਉਹਨਾਂ ਨੂੰ ਜਾਨੋਂ ਮਾਰ ਦੇਣਾ, ਬੇਪਤ ਕਰਨਾ, ਉਹਨਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ, ਇਹ ਵੀ ਤਾਂ ਕਿਤੇ ਜਿਹੜਾ ਬਰਦਾਸ਼ਤਯੋਗ ਅਪਰਾਧ ਨਹੀਂ ਹੈ। ਪਰ ਜੇ ਸਾਡੇ ਬੁਲਾਰੇ ਦੱਸ ਸਕਣ ਐਸੀ ਕਿਹੜੀ ਗੱਲ ਹੈ ਕਿ ਇਸ ਵੀਡੀਓ ਦੇ ਆਉਣ ਤੋਂ ਪਹਿਲਾਂ ਨਾ ਤਾਂ ਵਿਰੋਧੀ ਧਿਰ ਜਿਹੜੀ ਆ ਉਹ ਇੱਥੋਂ ਤੱਕ ਰੌਲਾ ਪਾਉਂਦੀ ਨਜ਼ਰ ਆਈ, ਨਾ ਉਹਨੇ ਇਸ ਨੂੰ ਮੁੱਦਾ ਬਣਾਇਆ, ਨਾ ਪੱਛਮੀ ਬੰਗਾਲ 'ਚ ਮੁੱਦਾ ਬਣਿਆ, ਨਾ ਇਹ ਹਿੰਸਾ ਇੰਨਾ ਵੱਡਾ ਮੁੱਦਾ ਬਣਿਆ, ਨਾ ਹੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਵੱਲੋਂ ਕੋਈ ਆਪੇ ਨੋਟਿਸ ਲਿਆ ਗਿਆ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਕਿ ਜੀ ਪੱਛਮੀ ਬੰਗਾਲ 'ਚ ਕੀ ਹੋ ਰਿਹਾ, ਇਹ ਕਿਉਂ ਹੋ ਰਿਹਾ, ਜਾਂ ਇੱਥੇ ਜਿਹੜੇ ਦੋ ਭਾਈਚਾਰੇ ਟਕਰਾ ਰਹੇ ਕਿਉਂ ਹੋ ਰਹੇ, ਇਹਦੇ ਉੱਤੇ ਨੋਟਿਸ ਲਿਆ ਜਾਵੇ। ਸਰਕਾਰਾਂ ਨੂੰ ਕਟਹਿਰੇ 'ਚ ਨਹੀਂ ਲਿਆਂਦਾ ਗਿਆ। ਤੇ ਇਹ ਵੀ ਕਿਤੇ ਨਜ਼ਰ ਨਹੀਂ ਆਇਆ ਕਿ ਪ੍ਰਧਾਨ ਮੰਤਰੀ ਮੋਦੀ ਜੀ ਇਹਨਾਂ ਸ਼ਬਦਾਂ ਦੀ ਵਰਤੋਂ ਕਰਨ, ਗੁੱਸੇ ਵਿੱਚ ਆ ਕੇ ਕਹਿਣ ਕਿ ਮੈਂ ਬਹੁਤ ਪੀੜ ਤੇ ਕ੍ਰੋਧ ਨਾਲ ਭਰਿਆ ਹੋਇਆ। ਸ਼ਾਇਦ ਮੇਰੀ ਸਮਝ ਵਿੱਚ ਤਾਂ ਕ੍ਰੋਧ ਦਾ ਜਿਹੜਾ ਸ਼ਬਦ ਹੈ ਮੈਂ ਮੋਦੀ ਜੀ ਦੇ ਮੂੰਹ ਪਹਿਲੀ ਵਾਰ ਸੁਣ ਰਿਹਾ। ਕੀ ਇਹ ਫਰਕ ਹੈ ਇਹਨਾਂ ਘਟਨਾਵਾਂ ਦੇ ਵਿਚਾਲੇ? ਕਿਵੇਂ ਦੇਖਦੇ ਹੋ ਕਮਰ ਮੰਜ਼ਿਲ ਜੀ? ਸੰਧੂ ਸਾਹਿਬ, ਇਹ ਘਟਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਆ, ਔਰ ਇਹ ਕੋਈ ਦੇਸ਼ 'ਚ ਪਹਿਲੀ ਘਟਨਾ ਨਹੀਂ। ਇਹ ਘਟਨਾਵਾਂ ਅੱਗੇ ਵੀ ਬਹੁਤ ਵਾਰ ਹੁੰਦੀਆਂ ਰਹੀਆਂ ਨੇ, ਪਰ ਸਾਡੀ ਤਰਾਸਦੀ ਇਹ ਆ ਕਿ ਇਹਨਾਂ ਘਟਨਾਵਾਂ ਨੂੰ ਬੰਦ ਕਰਨ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਅਸਫਲ ਨਜ਼ਰ ਆ ਰਹੇ ਹਾਂ, ਔਰ ਇਹ ਬੜੀ ਦੁੱਖ ਦੀ ਗੱਲ ਹੈ। ਔਰ ਜਿੱਥੋਂ ਤੱਕ ਗੱਲ ਰਹੀ, ਜਿਸ ਤਰ੍ਹਾਂ ਉਹਨਾਂ ਨੇ ਇਨਸਾਨੀਅਤ, ਮੈਂ ਉਹ ਖਬਰ ਨੂੰ ਪੜ੍ਹ ਰਿਹਾ ਸੀ ਸੰਧੂ ਸਾਹਿਬ, ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਉਹ ਆਪਣੀ ਜਾਨ ਬਚਾਉਣ ਵਾਸਤੇ ਜੰਗਲ ਨੂੰ ਭੱਜੇ ਤੇ ਰਸਤੇ 'ਚ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਆਪਣੇ ਉਹਦੇ ਵਿੱਚ ਲੈ ਲਿਆ, ਆਸਵਾਸ਼ਨ ਦੇ ਵਿੱਚ, ਤੇ ਲੋਕਾਂ ਨੇ ਪੁਲਿਸ ਨੂੰ ਵੀ ਖੁਰਦ ਬੁਰਦ ਕਰਕੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੇ ਜੋ ਵੀ ਕਤਲੋਗਾਰਤ ਤੇ ਜੋ ਲੇਡੀਜ਼ ਨੂੰ ਨੰਗਿਆ ਕਰਕੇ ਉਹਨਾਂ ਨੇ ਜਿਸ ਤਰ੍ਹਾਂ ਉਹ ਸਾਰਾ ਘਟਨਾਕ੍ਰਮ ਨੂੰ ਅੰਜਾਮ ਦਿੱਤਾ। ਔਰ ਇਹ ਸਾਡੀ ਕਾਨੂੰਨ ਵਿਵਸਥਾ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਖੜਾ ਹੁੰਦਾ ਇਹਨਾਂ ਗੱਲਾਂ ਦੇ ਨਾਲ। ਦੂਸਰਾ, ਇਹਨਾਂ ਲੋਕਾਂ ਦੇ ਨਾਲ ਜਿਸ ਤਰ੍ਹਾਂ, ਚਲੋ ਗੱਲ ਕਰਨ ਵਾਲੀ ਨਹੀਂ, ਜਿਸ ਤਰ੍ਹਾਂ ਯੋਗੀ ਸਾਹਿਬ ਦੀ ਰਾਜ ਦੇ ਵਿੱਚ ਆਮ ਤੌਰ ਗੱਡੀਆਂ ਪਲਟ ਜਾਂਦੀਆਂ ਹਨ ਤੇ ਜਿਹੜੇ ਗੈਂਗਸਟਰ ਨੇ ਜਾਂ ਇਹੋ ਜਿਹੀ ਬਿਰਤੀ ਦੇ ਲੋਕ ਨੇ ਉਹ ਮੌਤ ਨੂੰ ਅੰਜਾਮ ਹੋ ਜਾਂਦੇ ਨੇ। ਮੇਰੇ ਹਿਸਾਬ ਨਾਲ ਦੇਸ਼ ਦੇ ਵਿੱਚ ਇਹੋ ਜਿਹੀ ਅੱਜ ਵਿਵਸਥਾ ਦੀ ਵਾਕਈ ਜ਼ਰੂਰਤ ਹੈ। ਜਿਹੜੇ ਵੀ ਲੋਕ ਇਹਨਾਂ ਘਟਨਾਵਾਂ ਦੇ ਪਿੱਛੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ, ਔਰ ਮੇਰੇ ਹਿਸਾਬ ਨਾਲ ਉਹਨਾਂ ਦੀਆਂ ਗੱਡੀਆਂ ਪਲਟ ਜਾਣੀਆਂ ਚਾਹੀਦੀਆਂ, ਔਰ ਇਹੋ ਜਿਹੇ ਲੋਕ ਬਚਣੇ ਨਹੀਂ ਚਾਹੀਦੇ। ਇਹ ਇਨਸਾਨੀਅਤ ਦੇ ਨਾਮ ਦੇ ਉੱਤੇ ਇੱਕ ਧੱਬਾ ਨੇ ਇਹੋ ਜਿਹੇ ਲੋਕ, ਜਿਹੜੇ ਲੋਕ ਇਸ ਨੀਵੇਂ ਪੱਧਰ ਤੇ ਜਾ ਕੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ। ਔਰ ਇਹ ਦੇਸ਼ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ, ਮੈਂ ਪ੍ਰਧਾਨ ਮੰਤਰੀ ਜੀ ਦੀ ਸਪੀਚ ਸੁਣ ਰਿਹਾ ਸੀ, ਉਹਨਾਂ ਨੇ ਵੀ, ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਕ੍ਰੋਧ ਲਫ਼ਜ਼ ਮੇਰੇ ਹਿਸਾਬ ਨਾਲ ਆਪਣੇ ਪ੍ਰਧਾਨ ਮੰਤਰੀ ਦੇ 9 ਸਾਲ ਦੇ ਕਾਰਜਕਾਲ ਦੇ ਵਿੱਚ ਪਹਿਲੀ ਵਾਰ ਵਰਤਿਆ ਹੋਏਗਾ। ਉਹ ਕ੍ਰੋਧ ਜਾਇਜ਼ ਆ, ਔਰ ਇਹ ਗੁੱਸਾ ਜਿਹੜਾ ਆ ਇਹ ਛਲਕਣਾ, ਪਰ ਇਹ ਰਿਜ਼ਲਟ ਦੇ ਰੂਪ 'ਚ ਵੀ ਨਜ਼ਰ ਆਉਣਾ ਚਾਹੀਦਾ ਵਾ। ਦੇਸ਼ ਦੀ ਜਨਤਾ ਹੁਣ ਰਿਜ਼ਲਟ ਉਡੀਕ ਰਹੀ ਆ ਕਿ ਇਹੋ ਜਿਹੇ ਲੋਕਾਂ ਦਾ ਹਸ਼ਰ ਜਿਹੜਾ ਉਹ ਨਿਸਤੋਂ ਨਬੂਤ ਕਰਨ ਵਾਲਾ ਹੋਣਾ ਚਾਹੀਦਾ, ਔਰ ਇਹ ਬੜੇ ਦੁੱਖ ਦੀ ਘਟਨਾ ਆ ਜੀ। ਮਹਿੰਦਰੋ ਜੀ, ਮੋਦੀ ਜੀ ਦਾ ਇਹ ਕ੍ਰੋਧ, ਇਹ ਘਟਨਾ ਜਿਹੜੀ 4 ਮਈ ਦੀ ਦੱਸੀ ਜਾ ਰਹੀ ਹੈ, ਇਹ ਕ੍ਰੋਧ ਜਿਹੜਾ, ਇਹ ਘਟਨਾਵਾਂ ਉਹਨਾਂ ਵਾਰਦਾਤਾਂ ਦੌਰਾਨ ਵਾਪਰਿਆ ਜਿਸ ਵਕਤ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਕੂਹ ਕੇ ਮਾਰਿਆ ਜਾ ਰਿਹਾ ਸੀ, ਇਕੱਠੇ ਹੋ ਕੇ ਜਾਇਦਾਦ ਲੁੱਟੀਆਂ ਜਾ ਰਹੀਆਂ ਸੀ, ਘਰ ਸਾੜੇ ਜਾ ਰਹੇ ਸੀ, ਅੰਦਰ ਜਿਉਂਦਾ ਲੋਕਾਂ ਨੂੰ ਸਾੜਿਆ ਜਾ ਰਿਹਾ ਸੀ। ਉਸ ਦੌਰਾਨ ਇਹ ਕ੍ਰੋਧ ਜਿਹੜਾ ਉਹ ਦੇਖਣ ਸਾਹਮਣੇ ਨਹੀਂ ਆਇਆ, ਤੇ ਨਾ ਹੀ ਇਹ ਪੱਛਮੀ ਬੰਗਾਲ ਦੇ ਵਿੱਚ ਇਸ ਤਰ੍ਹਾਂ ਦਾ ਸਾਹਮਣੇ ਆਇਆ ਜਿੱਥੇ ਕਿ ਸਿਆਸੀ ਮਨਸ਼ਾ ਦੇ ਨਾਲ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਤੇ ਸੱਤਾ ਦੇ ਉੱਤੇ ਕਬਜ਼ਾ ਕਰਨ ਵਾਸਤੇ ਇੱਕ ਪਾਰਟੀ ਦੇ ਵਰਕਰ ਦੂਜੇ ਪਾਰਟੀ ਦੇ ਵਰਕਰਾਂ ਨਾਲ ਇਸ ਤਰ੍ਹਾਂ ਘੋਰ ਬੇਇਨਸਾਫੀ ਕਰਦੇ ਹੋਣ ਔਰ ਉਹਨਾਂ ਨੂੰ ਜਾਨੋਂ ਜਿਹੜਾ ਮਾਰ ਦਿੰਦੇ ਹੋ। ਇਹ ਤਾਂ ਵੀ ਜਿਹੜਾ ਕ੍ਰੋਧ ਜਿਹੜਾ ਮੋਦੀ ਨੂੰ ਨਹੀਂ ਆਉਂਦਾ। ਇਸ ਮੁੱਦੇ ਦੇ ਵਿੱਚ ਐਸਾ ਖਾਸ ਕੀ ਨਜ਼ਰ ਆ ਰਿਹਾ ਕਿ ਮੋਦੀ ਜੀ ਨੂੰ ਇਹਦੇ ਉੱਤੇ ਕ੍ਰੋਧ ਆਇਆ? ਸਿਰਫ ਇਸ ਕਰਕੇ
ਕਿ ਇਹ ਜਿਹੜੀਆਂ ਔਰਤਾਂ ਨੇ, ਇਹ ਔਰਤ ਹੋਣ ਕਾਰਨ ਇਹਨਾਂ ਨਾਲ ਵਾਪਰਿਆ, ਇਹ ਤਾਂ ਆ। ਤੇ ਜੇ ਇਹਨਾਂ ਔਰਤਾਂ ਕਾਰਨ ਇਸ ਤਰ੍ਹਾਂ ਗੁੱਸਾ ਆਉਂਦਾ ਤੇ ਉਹ ਔਰਤਾਂ ਜਿਹੜੀਆਂ ਉਸ ਹਿੰਸਾ ਦੌਰਾਨ ਭੇਡ ਚੜੀਆਂ ਨੇ, ਉਹਦੀਆਂ ਜਿਹੜੀਆਂ ਖਬਰਾਂ ਹਲੇ ਬਾਕੀ ਆਉਣੀਆਂ ਨੇ ਕਿ ਉਹਨਾਂ ਔਰਤਾਂ ਦੇ ਨਾਲ, ਹੋਰ ਔਰਤਾਂ ਦੇ ਨਾਲ ਵੀ ਕੀ ਉੱਥੇ ਵਾਪਰਿਆ ਹੋ ਸਕਦਾ, ਹੋਰ ਲੋਕਾਂ ਦੀ ਜਾਨ ਦੇ ਨਾਲ ਕੀ ਵਾਪਰਿਆ ਹੋ ਸਕਦਾ, ਫਿਰ ਉਸ ਵਕਤ ਸਾਡਾ ਜਿਹੜਾ ਕੀ ਪ੍ਰਤੀਕਰਮ ਹੋਵੇ, ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਇਸ ਮੁੱਦੇ ਤੇ ਆਪਣੀ ਕੱਲ ਵੀ ਥੋੜੀ ਜਿਹੀ ਚਰਚਾ ਹੋ ਰਹੀ ਸੀ ਕਿ ਇਹ ਜਿਹੜੀ ਘਟਨਾ ਹੈ ਇਹ ਉਦੋਂ ਜ਼ਿਆਦਾ ਉਛਾਲ ਦੇ ਵਿੱਚ ਆਉਂਦੀ ਹੈ ਜਦੋਂ ਇਸ ਘਟਨਾ ਦਾ ਵੀਡੀਓ ਬੀਤੇ ਕੁਝ ਦਿਨਾਂ ਦੇ ਵਿੱਚ ਵਾਇਰਲ ਹੋ ਜਾਂਦਾ ਹੈ। ਇਹ ਵੀਡੀਓ ਵਾਇਰਲ ਹੋਣ ਦੇ ਨਾਲ, ਸੋਸ਼ਲ ਮੀਡੀਆ ਦੀ ਤਾਕਤ ਦੇ ਨਾਲ, ਇਹ ਵੀਡੀਓ ਜਿਹੜਾ ਆ ਉਹ ਬਹੁਤ ਤੇਜ਼ੀ ਨਾਲ ਉੱਥੇ ਤੱਕ ਵੀ ਪਹੁੰਚ ਜਾਂਦਾ ਜਿੱਥੇ ਤੱਕ ਕਿਸੇ ਆਮ ਆਦਮੀ ਦੀ ਸੂਚਨਾ ਪਹੁੰਚਾਉਣ ਦੀ ਮਜ਼ਬੂਤੀ ਨਹੀਂ ਹੁੰਦੀ। ਤੋ ਇਸ ਦੇ ਕਰਕੇ ਕੱਲ ਸੁਪਰੀਮ ਕੋਰਟ ਨੇ ਵੀ ਇਸ ਗੱਲ ਦੇ ਵਿੱਚ ਆਪ ਸੰਗਿਆਨ ਲੈਂਦੇ ਹੋਏ ਉੱਥੇ ਦੀ ਪਾਰਟੀ ਨੂੰ ਵੀ ਔਰ ਉੱਥੇ ਦੀ ਸਰਕਾਰ ਨੂੰ ਵੀ ਔਰ ਕੇਂਦਰ ਦੀ ਸਰਕਾਰ ਨੂੰ ਵੀ ਇਹ ਨੋਟਿਸ ਦਿੱਤਾ ਹੈ ਕਿ ਸਾਨੂੰ 29 ਜੁਲਾਈ ਤੱਕ ਇਸ ਦੀ ਟੋਟਲ ਰਿਪੋਰਟ ਦਿਓ ਕਿ ਇਸ ਕੇਸ ਦੇ ਵਿੱਚ ਕੀ ਕੀ ਕਾਰਵਾਈ ਕੀਤੀ ਗਈ ਹੈ, ਔਰ ਅਗਰ ਤੁਸੀਂ ਇਸ ਦੇ ਵਿੱਚ ਕੁਝ ਨਹੀਂ ਕਰੋਗੇ ਤਾਂ ਫਿਰ ਸੁਪਰੀਮ ਕੋਰਟ ਆਪਣੇ ਲੈਵਲ ਦੇ ਉੱਤੇ ਇਸ ਦੇ ਵਿੱਚ ਜਿਹੜਾ ਹੈ ਉਹ ਕਾਰਵਾਈ ਕਰੇਗੀ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਐਟਲੀਸਟ ਜਿਹੜੇ ਕੰਮ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਆ, ਜਿਹੜੇ ਕੰਮ ਉੱਥੇ ਦੀਆਂ ਲੋਕਲ ਸਰਕਾਰਾਂ ਨੂੰ ਕਰਨੇ ਚਾਹੀਦੇ ਆ, ਔਰ ਅਗਰ ਉਹਨਾਂ ਤੋਂ ਕਾਬੂ ਨਾ ਹੋਣ ਤਾਂ ਕੇਂਦਰ ਸਰਕਾਰ ਨੂੰ ਕਰਨੇ ਚਾਹੀਦੇ ਆ, ਉਹਨਾਂ ਸਰਕਾਰਾਂ ਨੂੰ ਫਟਕਾਰ ਲਗਾ ਕੇ ਸੁਪਰੀਮ ਕੋਰਟ ਮਾਨਯੋਗ ਨੇ ਇਹ ਗੱਲ ਕਹੀ ਹੈ ਕਿ ਬਈ ਅਸੀਂ ਉਸ ਦੇ ਉੱਤੇ ਨਹੀਂ ਤਾਂ ਕਾਰਵਾਈ ਕਰਾਂਗੇ। ਹੁਣ ਇਹ ਤਾਂ ਨਿਸ਼ਚਿੰਤ ਹੈ ਕਿ ਸੁਪਰੀਮ ਕੋਰਟ ਦੇ ਕਹਿਣ ਤੋਂ ਬਾਅਦ ਔਰ ਕੇਂਦਰ ਸਰਕਾਰ ਦੇ ਐਕਸ਼ਨ 'ਚ ਆਉਣ ਤੋਂ ਬਾਅਦ ਉਹ ਜਿਹੜੇ ਆਰੋਪੀ ਸੀ ਉਹਨਾਂ 5 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ, ਔਰ ਉਸ ਦੇ ਨਾਲ ਹੁਣ ਉਸ ਦੇ ਉੱਤੇ ਕਾਰਵਾਈ ਹੋਣਾ ਬਿਲਕੁਲ ਸੁਭਾਵਿਕ ਹੈ ਔਰ ਪੱਕਾ ਹੈ। ਲੇਕਿਨ ਗੱਲ ਇਹ ਨਹੀਂ ਹੈ ਕਿ ਜਦੋਂ ਨੁਕਸਾਨ ਹੋ ਜਾਵੇ ਉਸ ਤੋਂ ਬਾਅਦ ਕਾਰਵਾਈ ਹੋਵੇ ਜਾਂ ਉਸ ਨੂੰ ਕੋਈ ਮੁਆਵਜ਼ਾ ਮਿਲ ਜਾਵੇ। ਗੱਲ ਤੁਹਾਡੀ ਬਿਲਕੁਲ 16 ਨੇ ਸੱਚ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਸੱਤਾ ਦੇ ਉੱਤੇ ਕਾਬਿਜ਼ ਹੋਣ ਦੇ ਲਈ ਇੰਨੇ ਲੋਕਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ, ਇੰਨੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਔਰ ਉਹ ਲੋਕ ਜਿਨ੍ਹਾਂ ਦਾ ਕੰਮ ਸਿਰਫ ਇੰਨਾ ਸੀ ਕਿ ਉਹ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰ ਰਹੇ ਸੀ ਜਾਂ ਆਪਣੇ ਮਨ ਚਾਹੁੰਦੇ ਨੇਤਾ ਨੂੰ ਜਿਤਾਉਣ ਦੇ ਲਈ ਅੱਗੇ ਆ ਕੇ ਕੰਮ ਕਰ ਰਹੇ ਸੀ। ਇਹ ਜਿਹੜਾ ਹੈ ਸੰਧੂ ਸਾਹਿਬ, ਸਾਡੇ ਸਮਾਜ ਦੇ ਲਈ ਕਿਸੇ ਵੀ ਸਟੇਟ ਦੇ ਵਿੱਚ ਹੋਵੇ, ਪੂਰੇ ਹਿੰਦੁਸਤਾਨ ਦੇ ਵਿੱਚ ਇਹ ਜਿਹੜਾ ਸ਼ਰਮਨਾਕ ਘਟਨਾਵਾਂ ਨੇ, ਔਰ ਜਿਹੜੇ ਲੀਡਰਸ ਨੇ ਉਹਨਾਂ ਨੂੰ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਜੇ ਅੱਜ ਅਸੀਂ ਕਿਸੇ ਦੇ ਘਰ ਨੂੰ ਅੱਗ ਲਗਾਵਾਂਗੇ ਤਾਂ ਕੱਲ ਨੂੰ ਸਾਡੇ ਘਰ ਨੂੰ ਵੀ ਕਿਸੇ ਨੇ ਅੱਗ ਲਗਾਣੀ ਆ। ਇਸ ਕਰਕੇ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਛੱਡ ਕੇ ਮੁੱਦਿਆਂ ਦੀ ਰਾਜਨੀਤੀ ਦੇ ਉੱਤੇ ਕੰਮ ਕਰਨਾ ਚਾਹੀਦਾ ਹੈ, ਔਰ ਆਪਣੇ ਕਾਰਿਆਕਰਤਾ ਨੂੰ ਇਹਨਾਂ ਗੱਲਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਬਈ ਮੁੱਦਿਆਂ ਦੇ ਉੱਤੇ ਕੰਮ ਕਰੋ, ਜਿਹੜਾ ਆ ਨਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਕੰਮ ਕਰੋ ਕਿ ਕਿਸੇ ਵੀ ਇੱਕ ਕੋਈ ਵੀ ਕਾਰਿਆਕਰਤਾ ਹੈ ਕਿਸੇ ਵੀ ਪਾਰਟੀ ਦਾ, ਉਸ ਨੂੰ ਤੁਸੀਂ ਮੌਤ ਦੇ ਘਾਟ ਉਤਾਰਦੇ ਹੋ। ਇਹ ਕੋਈ ਵੀ ਜਿਹੜਾ ਆ ਹੱਲ ਨਹੀਂ ਹੈ ਕਿ ਤੁਸੀਂ ਕਿਸੇ ਵੀ ਕਾਰਿਆਕਰਤਾ ਨੂੰ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ, ਅਗਰ ਉਹ ਆਪਣੀ ਪਾਰਟੀ ਲਈ ਕੰਮ ਕਰ ਰਿਹਾ ਤੇ ਤੁਸੀਂ ਉਸ ਨੂੰ ਜਿਹੜਾ ਮੌਤ ਦੇ ਘਾਟ ਉਤਾਰਦੇ ਹੋ ਸਿਰਫ ਇਸ ਲਈ ਕਿ ਉਹ ਆਪਣੀ ਪਾਰਟੀ ਲਈ ਜਾਂ ਆਪਣੇ ਮਨ ਚਾਹੁੰਦੇ ਲੀਡਰ ਨੂੰ ਉਹ ਸਪੋਰਟ ਕਰ ਰਿਹਾ ਹੈ। ਜੀ ਕਮਰ ਮੰਜ਼ਲ ਜੀ, ਇਹ ਜਿਹੜੀ ਪੀੜਾ ਤੇ ਜਿਹੜਾ ਕਰੋਧ ਅੱਜ ਮੋਦੀ ਜੀ ਦਾ ਦੇਖਣ ਨੂੰ ਮਿਲਿਆ, ਇਹ ਕਰੋਧ ਜਿਸ ਵਕਤ ਆਪਣੇ ਜਿਨ੍ਹਾਂ ਨੂੰ ਕਿਹਾ ਜਾਂਦਾ RSS ਵਾਲੇ ਜਾਂ BJP ਵਾਲੇ ਜਿਹੜੇ ਲੋਕ ਨੇ, ਉਹਨਾਂ ਦੀਆਂ ਹੱਤਿਆਵਾਂ ਹੁੰਦੀਆਂ, ਬੱਚਿਆਂ ਨੂੰ ਨਿੱਕੇ ਨਿੱਕਿਆਂ ਨੂੰ ਜਿਹੜਾ ਉਹ ਤੰਦੂਰਾਂ ਵਾਂਗੂ ਭੱਠੀ ਬਣਾਤਾ ਜਾਂਦਾ, ਘਰਾਂ ਨੂੰ ਤੇ ਉਹਦੇ ਅੰਦਰ ਹੀ ਭੁੰਨ ਦਿੱਤਾ ਜਾਂਦਾ, ਨਿੱਕੇ ਨਿੱਕੇ ਬੱਚਿਆਂ ਨੂੰ, ਔਰਤਾਂ ਨੂੰ। ਉਸ ਵਕਤ ਇਹ ਕਰੋਧ ਜਿਹੜਾ ਇਹ ਰੂਪ ਦੇਖਣ 'ਚ ਨਹੀਂ ਆਉਂਦਾ ਮੋਦੀ ਜੀ ਦਾ। ਕੀ ਕਾਰਨ ਹੈ? ਇਸ ਘਟਨਾ ਵਿੱਚ ਐਸਾ ਕਿਹੜਾ ਖਾਸ ਐਂਗਲ ਹੈ ਜਿਹੜਾ ਪਿੱਛੇ ਹੋਈਆਂ ਘਟਨਾਵਾਂ ਨਾਲੋਂ ਵੱਖਰਾ ਆ, ਤੇ ਜਿਹੜਾ ਮਨੀਪੁਰ ਦੀ ਜਿਹੜੀ ਬਾਕੀ ਟੋਟਲ ਇੰਨੀ ਹਿੰਸਾ ਹੋਈ ਜਿਹਦੇ ਉੱਤੇ ਕਦੇ ਕੋਈ ਮੋਦੀ ਜੀ ਦਾ ਬਿਆਨ ਨਹੀਂ ਆਇਆ, ਉਸ ਤੋਂ ਐਸਾ ਵੱਖਰਾ ਇਹਦੇ ਵਿੱਚ ਕੀ ਹੈ ਕਿ ਮੋਦੀ ਜੀ ਨੂੰ ਇੰਨਾ ਜ਼ਿਆਦਾ ਗੁੱਸਾ ਆ ਗਿਆ? ਜਾਂ ਕੀ ਲੱਗਦਾ ਕਿਤੇ ਆਪਣਿਆਂ ਦੀ ਵਾਰੀ ਮੋਦੀ ਜੀ ਦਾ ਗੁੱਸਾ ਜਿਹੜਾ ਉਹ ਕਿਸੇ ਹੋਰ ਪਾਸੇ ਫੁਰਨ ਹੋ ਜਾਂਦਾ? ਕੀ ਕਾਰਨ?
ਸੰਧੂ ਸਾਹਿਬ, ਮੇਰਾ ਇਹ ਮੰਨਣਾ ਆ ਕਿ ਇਹ ਤੁਹਾਡੀ ਗੱਲ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਅਗਰ ਰਹਿੰਦੇ ਸਮੇਂ ਦੇ ਵਿੱਚ ਉਦੋਂ ਹੀ ਇਹ ਗੁੱਸਾ ਦਿਖਾਇਆ ਹੁੰਦਾ ਤੇ ਸ਼ਾਇਦ ਇਹ ਹਰਕਤਾਂ ਅੱਜ ਨਾ ਹੋ ਪਾਉਂਦੀਆਂ। ਔਰ ਚਲੋ ਦੇਰ ਆਏ ਦਰੁਸਤ ਆਏ, ਗੁੱਸਾ ਜਾਇਜ਼ ਹੈ ਉਹਨਾਂ ਦਾ, ਉਦੋਂ ਵੀ ਹੋਣਾ ਚਾਹੀਦਾ ਸੀ, ਅੱਜ ਵੀ ਜੇ ਹੋਇਆ ਤਾਂ ਉਹ ਵੀ ਜਾਇਜ਼ ਆ। ਉਹ ਕਹਿੰਦੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਇਹ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਅਲਫਾਜ਼ ਆਉਂਦੇ ਨੇ। ਤੇ ਜਦੋਂ ਜਿਨ੍ਹਾਂ ਨੇ ਰਾਜਾਨ ਨੂੰ ਜਨਮ ਦਿੱਤਾ ਜਾਂ ਜੇ ਸ੍ਰਿਸ਼ਟੀ ਦੀ ਜੋ ਸਿਰਜਣਕਾਰ ਸਾਡੀ ਇਸਤਰੀ ਸਮਾਜ ਆ ਜਿਹੜਾ, ਅਗਰ ਅੱਜ ਉਹਦੇ ਨਾਲ ਅਨਿਆਏ ਹੋਇਆ ਤੇ ਉਹ ਗੁੱਸਾ ਆਉਣਾ ਸੁਭਾਵਿਕ ਸੀ, ਉਹ ਜਾਇਜ਼ ਵੀ ਆ। ਔਰ ਮੇਰਾ ਇਹ ਮੰਨਣਾ ਹੈ ਕਿ ਇਹ ਗੁੱਸੇ ਨੂੰ ਸਾਰਥਕ ਰੂਪ ਚ ਲੈ ਕਰਕੇ ਇਹਨਾਂ ਦੋਸ਼ੀਆਂ ਦੇ ਖਿਲਾਫ ਇਹੋ ਜਿਹੀ ਸਜ਼ਾ ਮੁਕਰਰ ਕਰਵਾਈ ਜਾਵੇ ਜਾਂ ਇਹੋ ਜਿਹੇ ਹਾਲਾਤ ਬਣਾ ਦਿੱਤੇ ਜਾਣ ਕਿ ਇਹੋ ਜਿਹੀ ਹਰਕਤ ਕਰਨ ਲੱਗਿਆ। ਮੈਂ ਆਪ ਜੀ ਨੂੰ ਬੇਨਤੀ ਕੀਤੀ, ਇਹ ਕੋਈ ਅੱਜ ਦਾ ਇਹ ਘਟਨਾਕ੍ਰਮ ਅੱਜ ਦਾ ਨਹੀਂ, ਇਹ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ। ਅਸੀਂ 1984 ਦੇ ਦੰਗੇ ਦੇਖ ਲਈਏ, ਇਦਾਂ ਦੀਆਂ ਹਰਕਤਾਂ ਉਦੋਂ ਵੀ ਬਹੁਤ ਸਾਰੀਆਂ ਹੋਈਆਂ ਨੇ। ਤੇ ਇਹ ਜਿਹੜਾ ਦੇਸ਼ ਦੇ ਵਿੱਚੋਂ ਇਸ ਕਲਚਰ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਔਰ ਜਿਹੜੇ ਵੀ ਲੋਕ ਇਸ ਬਿਰਤੀ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੇ ਉੱਤੇ ਇਹੋ ਜਿਹੀ ਸਜ਼ਾ ਦਾ ਪ੍ਰਾਵਧਾਨ ਹੋਣਾ ਚਾਹੀਦਾ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਕੰਬ ਜਾਣ ਕੇ ਅਸੀਂ ਇਹੋ ਜਿਹੀ ਹਰਕਤ ਦੁਬਾਰਾ ਨਹੀਂ ਕਰਨੀ। ਇਹੋ ਜਿਹਾ ਸਜ਼ਾ ਦਾ ਪ੍ਰਾਵਧਾਨ ਚਾਹੀਦਾ ਵਾ। ਔਰ ਵਾਕਈ ਇਹਦੇ 'ਚ ਮੈਂ ਇਹ ਮੰਨਦਾ ਵਾਂ, ਜੇ ਪੱਛਮ ਬੰਗਾਲ ਵਾਲੀਆਂ ਹਰਕਤਾਂ ਨੇ ਉਹਨਾਂ ਨੂੰ ਵੀ ਦੇਸ਼ ਨੂੰ ਸ਼ਰਮਸਾਰ ਕੀਤਾ, ਤੇ ਜਿਹੜੀ ਇਹ ਮਣੀਪੁਰ ਵਾਲੀ ਹਰਕਤ ਆ ਇਹਦੇ 'ਚ ਵੀ ਅਸੀਂ ਸ਼ਰਮਸਾਰ ਹਾਂ। ਸਾਰਾ ਭਾਰਤ ਦਾ ਹਰ ਨਾਗਰਿਕ ਸ਼ਰਮਸਾਰ ਹੈ ਇਹਨਾਂ ਹਰਕਤਾਂ ਦੇ ਨਾਲ। ਜਿਨ੍ਹਾਂ ਨੇ ਵੀ ਇਹ ਹਰਕਤਾਂ ਨੂੰ ਅੰਜਾਮ ਦਿੱਤਾ, ਚਾਹੇ ਉਹ ਪੱਛਮ ਬੰਗਾਲ ਵਾਲੇ ਨੇ ਤੇ ਚਾਹੇ ਉਹ ਮਣੀਪੁਰ ਵਾਲੇ ਨੇ, ਇਹਨਾਂ ਵੈਸੇ ਕੰਵਰ ਮੰਜ਼ਲ ਜੀ, ਮੇਰਾ ਸਿੱਧਾ ਸਵਾਲ ਹੈ, ਇੱਕ ਹੋਰ ਐਂਗਲ ਹੈ ਜਿਹੜਾ ਵੱਖਰਾ ਇਸ ਖਬਰ ਦੇ ਵਿੱਚ ਦਿਖਾਈ ਦੇ ਰਿਹਾ। ਉਹ ਖਬਰ ਹੈ ਘੱਟ ਗਿਣਤੀਆਂ ਨਾਲ ਸੰਬੰਧਿਤ। ਜਦੋਂ ਇਹ ਵੀਡੀਓ ਜਾਰੀ ਹੁੰਦੀ ਹੈ, ਅਸੀਂ ਕੱਲ ਵਿਚਾਰ ਕੀਤਾ ਸੀ, ਕੱਲ ਬੀਬਾ ਹਰਸਿਮਰਤ ਕੌਰ ਬਾਦਲ ਦਾ ਬਿਆਨ ਵੀ ਸੀਗਾ ਕਿ ਘੱਟ ਗਿਣਤੀਆਂ ਜਿਹੜੀਆਂ ਸੁਰੱਖਿਅਤ ਨਹੀਂ ਹੈ। ਕਿਤੇ ਇਹ ਤਾਂ ਨਹੀਂ ਹੈ ਕਿ ਮੋਦੀ ਜੀ ਦੀ ਇਹ ਪੀੜਾ ਤੇ ਜਿਹੜਾ ਕਰੋਧ ਆ, ਉਹ ਆਪਣੀ ਜਿਹੜੀ ਦੇਖਿਆ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਣ ਦੀ ਜਾਂ ਸਾਰਿਆਂ ਦੇ ਬਰਾਬਰ ਹੋਣ ਦੀ, ਉਹਨੂੰ ਦੇਸ਼ ਵਿਦੇਸ਼ ਵਿੱਚ ਬਚਾਉਣ ਦਾ ਇੱਕ ਸਾਧਨ ਤੇ ਨਹੀਂ ਆ। ਕਿਉਂ ਇਸ ਤਰ੍ਹਾਂ ਦਾ ਨਹੀਂ ਹੈ ਕਿ ਜਿਹੜੀਆਂ ਇਹ ਔਰਤਾਂ ਸੀ ਜਿਨ੍ਹਾਂ ਨੂੰ ਅੱਜ ਉੱਥੇ ਘੱਟ ਗਿਣਤੀ ਦੱਸਿਆ ਜਾ ਰਿਹਾ ਖਾਸ ਭਾਈਚਾਰੇ ਨਾਲ ਸੰਬੰਧਿਤ ਸੀ, ਹਾਲਾਂਕਿ ਜਿਸ ਵਕਤ ਜ਼ੁਲਮ ਹੋਇਆ ਦੋ ਧਿਰਾਂ ਜਿਹੜੀਆਂ ਆਪਸ ਵਿੱਚ ਭਿੜੀਆਂ ਨੇ, ਉਹ ਦੋਨੇ ਜਿਹੜੀਆਂ ਉਹ ਧਰਮ ਦੇ ਆਧਾਰ ਦੇ ਉੱਤੇ ਆਪਸ ਵਿੱਚ ਮਜ਼ਹਬ ਦੇ ਆਧਾਰ ਤੇ ਭਿੜਦੀਆਂ ਸੀ। ਤੇ ਉਹਦੇ ਵਿੱਚ ਇਹ ਤਾਂ ਨਹੀਂ ਹੈ ਕਿ ਜਿਹੜੀਆਂ ਔਰਤਾਂ ਸੀ ਉਹ ਘੱਟ ਗਿਣਤੀ ਨਾਲ ਸੰਬੰਧਿਤ ਸੀ ਤੇ ਅੱਜ ਮੋਦੀ ਜੀ ਨੂੰ ਆਪਣੀ ਸਾਖ ਬਚਾਉਣ ਦਾ ਫਿਕਰ ਪੈ ਗਿਆ। ਇਹ ਤਾਂ ਕਰੋਧ ਤੇ ਪੀੜਾ ਆਈ ਹੈ, ਕਿਉਂਕਿ ਇਹ ਤਾਂ ਇਹੋ ਸਾਬਤ ਕਰਦੀ ਹੈ ਕਿ ਜੇ 84 ਦੇ ਦੰਗਿਆਂ ਦੀ ਗੱਲ ਜਿਹੜੀ ਹੁੰਦੀ ਹੈ, ਠੀਕ ਆ, ਉਹ ਲੰਬਾ ਅਰਸਾ ਬੀਤ ਗਿਆ। ਲੰਬੇ ਅਰਸੇ ਦੌਰਾਨ ਜਿਹੜੀ ਉਹ ਘਟਨਾਵਾਂ ਵਾਪਰੀਆਂ ਸੀ, ਤੁਸੀਂ ਵੀ ਚਿੰਤਾ ਜ਼ਾਹਰ ਕੀਤੀ ਇਸ ਚੀਜ਼ ਤੇ ਕਿ ਔਰਤਾਂ ਨਾਲ ਇਸ ਤਰ੍ਹਾਂ ਦਾ ਜਿਹੜਾ ਵਿਵਹਾਰ ਨਹੀਂ ਹੋਣਾ ਚਾਹੀਦਾ। ਪਰ ਕੀ ਇਹ ਇਸ ਵਕਤ ਮੋਦੀ ਰਾਜ ਦੇ ਵਿੱਚ ਜਿਹੜੀ ਇਹ ਘਟਨਾ ਇਸ ਤਰ੍ਹਾਂ ਦੀ ਵਾਪਰਦੀ ਹੈ, ਘੱਟ ਗਿਣਤੀਆਂ ਦੇ ਨਾਂ ਤੇ ਜਿਹੜਾ ਇਸ ਤਰ੍ਹਾਂ ਦਾ ਨਹੀਂ ਕਿ ਮੋਦੀ ਜੀ ਵੀ ਕਿਤੇ ਵਿਰੋਧੀ ਪਾਰਟੀਆਂ ਨੇ ਜਿਹੜੀ ਗੁਗਲੀ ਸੁੱਟੀ ਹੈ ਉਹਦੀ ਲਪੇਟ ਵਿੱਚ ਆ ਗਏ ਨੇ, ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਮੈਂ ਇੱਕ ਬੇਨਤੀ ਕਰਾਂ, ਉਹ ਇੱਕ ਐਸੀ ਸ਼ਖਸੀਅਤ ਦੇ ਮਾਲਕ ਨੇ ਜਿਨ੍ਹਾਂ ਦੀ ਸੋਚ ਬੜੀ ਸੱਚੀ ਤੇ ਪਵਿੱਤਰ ਸੋਚ ਹੈ। ਮੈਂ ਨਹੀਂ ਸਮਝਦਾ ਕਿ ਉਹ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੇ ਨੇ। ਬਟ ਜਿਹੜੀ ਵੀ ਗੱਲ ਜਿਸ ਤਰ੍ਹਾਂ ਕਿ ਤੁਸੀਂ ਹੁਣੇ ਗੱਲ ਜ਼ਿਕਰ ਕੀਤਾ ਕਿ ਘੱਟ ਗਿਣਤੀ, ਅਗਰ ਘੱਟ ਗਿਣਤੀਆਂ ਨਾਲ ਇਦਾਂ ਦਾ ਕੁਝ ਹੁੰਦਾ ਤੇ ਵਾਕਈ ਹੀ ਚਿੰਤਾ ਦਾ ਵਿਸ਼ੇ ਆ। ਔਰ ਉਹਦੇ ਤੇ ਅਗਰ ਪ੍ਰਧਾਨ ਮੰਤਰੀ ਦਾ ਗੁੱਸਾ ਉਹ ਪੂਰਾ ਜਾਇਜ਼ ਹੈ। ਔਰ ਕਿਸੇ ਵੀ ਘੱਟ ਗਿਣਤੀ ਦੇ ਨਾਲ ਇਸ ਤਰ੍ਹਾਂ ਦਾ ਅਨਿਆਏ ਮੈਂ ਨਹੀਂ ਸਮਝਦਾ ਕਿ ਮੋਦੀ ਸਾਹਿਬ ਬਰਦਾਸ਼ਤ ਕਰਨਗੇ। ਔਰ ਉਹ ਜਿੱਥੇ ਗੱਲ ਬਰਾਬਰਤਾ ਦੀ ਗੱਲ ਕਰ ਰਹੇ ਨੇ, ਸਭ ਨੂੰ ਇੱਕ ਸਾਰ ਕਰਨ ਦੀ ਗੱਲ ਕਰ ਰਹੇ ਨੇ, ਉਹਦੇ ਵਿੱਚ ਇਹੋ ਜਿਹੀ ਘਟਨਾ ਵਾਸਤੇ ਤੇ ਕੋਈ ਜਗ੍ਹਾ ਤੋਂ ਬਰਦਾਸ਼ਤ ਹੀ ਨਹੀਂ ਕੀਤਾ ਜਾ ਸਕਦਾ। ਗੁਰੂ ਮਹਾਰਾਜ ਦੀ ਬਾਣੀ ਵੀ ਸਾਡੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ ਚੌ ਵਰਨੋਂ ਕੋ ਥਾਨ, ਗੁਰੂ ਮਹਾਰਾਜ ਨੇ ਤੇ ਸਾਨੂੰ ਸਾਰਿਆਂ ਨੂੰ ਏਕਤਾ ਦਾ ਸੰਦੇਸ਼ ਦਿੱਤਾ। ਤੇ ਜੇ ਅਗਰ ਅਸੀਂ ਅਗਰ ਉਹਦੇ ਮੇਰਾ ਅਗਲਾ ਸਵਾਲ ਜਿਹੜਾ ਗੁਰੂ ਜੀ ਲਈ ਹੈ ਕਰਦੀ ਹੈ ਤੇ ਸਾਨੂੰ ਉਹਦੇ ਨਾਲ ਹਾਮੀ ਹੋਣਾ ਚਾਹੀਦਾ। ਮੇਰੇ ਮਨ ਦੇ ਵਿੱਚ ਇਹ ਗੱਲਾਂ ਨੇ ਕਿ ਮੋਦੀ ਸਾਹਿਬ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਕਿ ਘੱਟ ਗਿਣਤੀਆਂ ਵਿਰੋਧੀਆਂ ਦੀ ਸਾਜ਼ਿਸ਼ ਹੋ ਸਕਦੀ ਹੈ, ਪਰ ਲੇਕਿਨ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਨੀਅਤ ਔਰ ਨੀਤੀ ਉਹਦੇ ਮਾਮਲੇ ਦੇ ਵਿੱਚ ਬਿਲਕੁਲ ਕਲੀਅਰ ਆ। ਉਹ ਕਿਸੇ ਦੇ ਨਾਲ ਵੀ ਅਨਿਆਏ ਬਰਦਾਸ਼ਤ ਨਹੀਂ ਕਰਨਗੇ। ਕੰਵਰ ਮੰਜ਼ਲ ਜੀ ਨੇ ਤਾਂ ਸਰਟੀਫਿਕੇਟ ਦੇਤਾ ਜੀ ਕਿ ਮੋਦੀ ਜਿਹੜੇ ਆ ਕਿਸੇ ਨਾਲ ਵੀ ਅਨਿਆਏ ਬਰਦਾਸ਼ਤ ਨਹੀਂ ਕਰਦੇ। ਪਰ ਮਹਿੰਦਰੂ ਜੀ, ਹੁਣੇ ਆਪਾਂ ਗੱਲ ਕਰ ਰਹੇ ਸੀ ਪੱਛਮੀ ਬੰਗਾਲ ਦੀਆਂ ਵਾਰਦਾਤਾਂ ਦਾ, ਉਹਦੇ ਵਿੱਚ ਮੋਦੀ ਜੀ ਦੀ ਜਿਹੜੀ ਪੀੜਾ ਤੇ ਜਿਹੜਾ ਕਰੋਧ ਆ ਉਹ ਸਾਹਮਣੇ ਨਹੀਂ ਆਉਂਦਾ। ਪਰ ਕੀ ਦੂਜੀ ਗੱਲ ਇਹ ਵੀ ਹੈ ਕਿ ਕਹਿੰਦੇ ਘੱਟ ਗਿਣਤੀਆਂ ਦੇ ਨਾਲ ਵਧੀਕੀ ਬਰਦਾਸ਼ਤ ਨਹੀਂ ਕਰੋਗੇ। ਕੰਵਰ ਮੰਜ਼ਲ ਜੀ ਵੀ ਇਹੀ ਕਹਿ ਰਹੇ ਨੇ ਕਿ ਇੱਕ ਲੋਕਤੰਤਰ ਦੇ ਵਿੱਚ ਜਿੱਥੇ ਸਾਰਿਆਂ ਦੇ ਬਰਾਬਰ ਅਧਿਕਾਰ ਨੇ, ਕਾਨੂੰਨੀ ਅਧਿਕਾਰ ਸਭ ਦੇ ਬਰਾਬਰ ਨੇ, ਉੱਥੇ ਘੱਟ ਤੇ ਵੱਧ ਗਿਣਤੀਆਂ ਦੇ ਹਿਸਾਬ ਨਾਲ ਜਿਹੜਾ ਟਰੀਟ ਕਰਨਾ ਮਨੁੱਖਤਾ ਨੂੰ, ਉਹ ਕਿੰਨਾ ਕੁ ਜਾਇਜ਼ ਨਜ਼ਰ ਆ ਰਿਹਾ? ਬਿਲਕੁਲ ਗਲਤ ਹੈ ਜੀ। ਉਸ ਦੇ ਵਿੱਚ ਜਿਹੜਾ
ਸਾਰੇ ਹਿੰਦੁਸਤਾਨੀ ਜਿੰਨੇ ਵੀ ਆਪਾਂ ਲੋਕ ਹੈਗੇ ਆ, ਸਾਰਿਆਂ ਲਈ ਇੱਕੋ ਜਿਹੇ ਅਧਿਕਾਰ ਹੋਣੇ ਚਾਹੀਦੇ ਹਨ ਤੇ ਕਨਸਟੀਟਿਊਸ਼ਨ ਦੇ ਵਿੱਚ ਹੈਗੇ ਵੀ ਆ। ਲੇਕਿਨ ਉਹ ਕਨਸਟੀਟਿਊਸ਼ਨ ਦੇ ਵਿੱਚ ਹੋਣ ਦੇ ਬਾਵਜੂਦ ਵੀ ਜਿੱਥੇ ਦੀ ਵੀ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੁੰਦੀ ਆ, ਉਹ ਜਿਹੜੀ ਆ ਇਹ ਵਿਤਕਰਾ ਕਰਦੀ ਹੈਗੀ ਆ। ਤੇ ਇਸੇ ਕਰਕੇ ਮੈਂ ਸਮਝਦਾ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਉਹਦੀ ਵੀ ਵਕਾਲਤ ਕੀਤੀ ਜਾ ਰਹੀ ਆ ਕਿ ਉਹ ਲਾਗੂ ਹੋਣਾ ਚਾਹੀਦਾ ਹੈ, ਕਿਉਂਕਿ ਜਦੋਂ ਉਹ ਲਾਗੂ ਹੋ ਜਾਏਗਾ ਤਾਂ ਇਹ ਸਵਾਲ ਖਤਮ ਹੋ ਜਾਏਗਾ ਕਿ ਕਿਤੇ ਵੀ ਕੋਈ ਘੱਟ ਗਿਣਤੀ ਦੇ ਵਿੱਚ ਹੈ ਜਾਂ ਬਹੁ ਗਿਣਤੀ ਦੇ ਵਿੱਚ ਹੈ, ਉਸ ਦਾ ਮਤਲਬ ਖਤਮ ਹੋ ਜਾਏਗਾ। ਸਿਰਫ ਇਹ ਮਤਲਬ ਰਹਿ ਜਾਏਗਾ ਕਿ ਇਹ ਬੰਦਾ ਹਿੰਦੁਸਤਾਨੀ ਹੈ ਔਰ ਸਾਰਿਆਂ ਦੇ ਅਧਿਕਾਰ ਬਰਾਬਰ ਦੇ ਹਨ। ਦੂਸਰੀ ਗੱਲ, ਮੋਦੀ ਜੀ ਇੱਕ ਐਸੀ ਸੰਵਿਧਾਨਿਕ ਸੀਟ ਦੇ ਉੱਤੇ ਬੈਠੇ ਨੇ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਉਹ ਕਿਸੇ ਇੱਕ ਆਪਣੀ ਪਾਰਟੀ ਦੇ ਪ੍ਰਧਾਨ ਮੰਤਰੀ ਨਹੀਂ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਵੀ ਨੇ ਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਿਆ ਇੱਕ ਇੱਕ ਸ਼ਬਦ ਵੀ ਜਿਹੜਾ ਆ ਉਹ ਇੱਕ ਚਰਚਾ ਦਾ ਵਿਸ਼ਾ ਬਣਦਾ ਆ। ਤੇ ਇਸ ਕਰਕੇ ਉਹਨਾਂ ਨੇ ਹਰ ਐਂਗਲ ਨੂੰ ਦੇਖਣਾ, ਤੇ ਜਿਹੜੀਆਂ ਸਟੇਟ ਦੇ ਵਿੱਚ ਬੀਜੇਪੀ ਦੀਆਂ ਸਮਰਥਕ ਪਾਰਟੀਆਂ ਨਹੀਂ ਹੈਗੀਆਂ, ਉਹ ਉੱਥੇ ਫਿਰ ਜਾ ਕੇ ਬੜੀਆਂ ਮਜਬੂਰੀਆਂ ਹੋ ਜਾਂਦੀਆਂ ਕਿ ਉਹ ਲੋਕਾਂ ਦੇ ਕੋਲ ਜਿਹੜੀ ਰਾਜ ਦੀ ਸੱਤਾ ਆ, ਉਸ ਦਾ ਸਾਰੀ ਕਾਨੂੰਨ ਵਿਵਸਥਾ, ਉਹਦੀ ਸਾਰੀ ਸਟੇਟ ਦੀ ਜਿਹੜੀ ਮਸ਼ੀਨਰੀ ਆ ਉਹਦੇ ਅੰਡਰ ਹੁੰਦੀ ਆ। ਤੇ ਉੱਥੇ ਉਹਦਾ ਜਦੋਂ ਦੁਰਉਪਯੋਗ ਹੁੰਦਾ ਹੈ ਤਾਂ ਜਿੱਦਾਂ ਪੱਛਮ ਬੰਗਾਲ ਦੇ ਵਿੱਚ ਦੇਖਣ ਨੂੰ ਆਪਾਂ ਨੂੰ ਉਹ ਮਿਲੀਆਂ ਘਟਨਾਵਾਂ, ਉਸ ਤਰ੍ਹਾਂ ਦੀਆਂ ਘਟਨਾਵਾਂ ਸੱਤਾ ਤੇ ਕਾਬਿਜ਼ ਹੋਣ ਦੇ ਲਈ ਕੀਤੀਆਂ ਜਾਂਦੀਆਂ ਨੇ। ਇਹ ਲੋਕ, ਆਪਾਂ ਲੋਕ ਇਹ ਚੀਜ਼ਾਂ ਨੂੰ ਬਹੁਤ ਬਖੂਬੀ ਜਾਣਦੇ ਆ, ਦੇਖਦੇ ਆ ਔਰ ਸਮਝਦੇ ਆ। ਪਰ ਇਹ ਗੱਲ ਦੀ ਹੈਰਾਨੀ ਇਸ ਕਰਕੇ ਹੈ ਕਿ ਅੱਜ ਜਿਹੜਾ ਇੱਕ ਮਹਾਗਠਬੰਧਨ ਮੋਦੀ ਜੀ ਦੇ ਵਿਰੋਧ ਦੇ ਵਿੱਚ ਬਣ ਰਿਹਾ, ਉਸ ਮਹਾਗਠਬੰਧਨ ਦੇ ਵਿੱਚੋਂ ਕਿਸੇ ਵੀ ਪਾਰਟੀ ਨੇ ਇਸ ਗੱਲ ਦੇ ਉੱਤੇ ਨਾ ਸਦਨ ਦੇ ਵਿੱਚ ਨਾ ਸਦਨ ਦੇ ਬਾਹਰ ਇਹ ਗੱਲ ਨੂੰ ਕਦੇ ਨਹੀਂ ਉਠਾਇਆ ਕਿ ਬਈ ਉੱਥੇ ਜਿਹੜੀਆਂ ਸੱਤਾ ਦੇ ਉੱਤੇ ਕਾਬਜ਼ ਹੋਣ ਦੇ ਲਈ ਰਾਜਨੀਤਿਕ ਘਟਨਾਵਾਂ ਹੋਈਆਂ, ਉਹਨਾਂ ਘਟਨਾਵਾਂ ਦੇ ਵਿੱਚ ਜਿਹੜੀਆਂ ਹੱਤਿਆ ਹੋ ਗਈਆਂ, ਉਹਨਾਂ ਹੱਤਿਆਂ ਦਾ ਦੋਸ਼ੀ ਕੌਣ ਹੈ ਔਰ ਉਸ ਨੂੰ ਕੀ ਸਜ਼ਾ ਮਿਲੇਗੀ। ਇਹ ਜਿਹੜੀਆਂ ਗੱਲਾਂ ਆ ਇਹ ਬਹੁਤ ਹੀ ਮੰਦਭਾਗੀਆਂ ਆ ਔਰ ਰਾਜਨੇਤਾਵਾਂ ਨੂੰ ਇਸ ਗੱਲ ਤੋਂ ਉੱਪਰ ਉੱਠ ਕੇ ਦੇਸ਼ ਹਿੱਤ ਦੇ ਲਈ, ਸਮਾਜ ਹਿੱਤ ਦੇ ਲਈ ਕੰਮ ਕਰਨਾ ਚਾਹੀਦਾ ਔਰ ਸਭ ਨੂੰ ਇੱਕੋ ਜਿਹਾ ਦੇਖਣਾ ਚਾਹੀਦਾ, ਕਿਉਂਕਿ ਜਦੋਂ ਕੋਈ ਬੰਦਾ ਮੁੱਖ ਮੰਤਰੀ ਬਣ ਗਿਆ, ਉਹ ਕਿਸੇ ਇੱਕ ਪਾਰਟੀ ਦਾ ਮੁੱਖ ਮੰਤਰੀ ਨਹੀਂ ਹੈ, ਉਹ ਪੂਰੇ ਸਟੇਟ ਦਾ ਜਿਹੜਾ ਮੁੱਖ ਮੰਤਰੀ ਹੈ। ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਵੀ, ਜਿਨ੍ਹਾਂ ਨੇ ਨਹੀਂ ਪਾਈਆਂ ਉਹ ਵੀ, ਸਾਰੇ ਜਿਹੜੇ ਆ ਉਸ ਸਟੇਟ ਦੇ ਵਸਿੰਦੇ ਆ। ਇਸ ਕਰਕੇ ਮੈਂ ਸਮਝਦਾ ਕਿ ਰਾਜਨੇਤਾਵਾਂ ਨੂੰ, ਰਾਜਨੀਤਿਕ ਪਾਰਟੀਆਂ ਨੂੰ ਔਰ ਸੱਤਾ ਦੇ ਵਿੱਚ ਬਿਰਾਜਮਾਨ ਪਾਰਟੀਆਂ ਨੂੰ ਵੀ ਇਹਨਾਂ ਤੇ ਪਹਿਰਾ ਦੇਣਾ ਚਾਹੀਦਾ, ਔਰ ਜਿਹੜੀਆਂ ਪਾਰਟੀਆਂ ਸੱਤਾ 'ਚ ਬਿਰਾਜਮਾਨ ਨਹੀਂ ਹੈ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਇਹ ਨਾ ਸੋਚਣ ਕਿ ਹੁਣ ਸਾਡੇ ਕੋਲ ਸੱਤਾ ਨਹੀਂ ਹੈ ਤਾਂ ਸਾਡਾ ਕੰਮ ਕਰਨ ਦਾ ਜਿਹੜੇ ਡਿਊਟੀ ਖਤਮ ਹੋ ਗਈ। ਉਹਨਾਂ ਨੂੰ ਵੀ ਚਾਹੀਦਾ ਉਹ ਅੱਗੇ ਆ ਕੇ ਸਰਕਾਰ ਦੇ ਕੀਤੇ ਸਹੀ ਕੰਮਾਂ ਦੀ ਸ਼ਲਾਘਾ ਕਰਨ ਔਰ ਗਲਤ ਕੰਮਾਂ ਨੂੰ ਉਭਾਰ ਕੇ ਲੈ ਕੇ ਆਣ ਤੇ ਉਹਨਾਂ ਨੂੰ, ਸਰਕਾਰ ਨੂੰ ਗਲਤ ਕੰਮਾਂ ਨੂੰ ਕਰਨ ਤੋਂ ਰੋਕਣ। ਮੇਰਾ ਇਹ ਕਹਿਣਾ ਹੈ। ਜੀ 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 ਕਮਰ ਮੰਜ਼ਲ ਜੀ, ਹੁਣ ਤੱਕ ਜਿੰਨੀ ਵਿਚਾਰ ਚਰਚਾ ਹੋਈ ਹੈ ਇਸ ਮਾਮਲੇ ਉੱਤੇ ਜੋ ਰਿਪੋਰਟਾਂ ਕਹਿੰਦੀਆਂ ਨੇ, ਨਾ ਤਾਂ ਸੱਤਾਧਾਰੀ ਧਿਰ ਜਿਹੜੀ ਆ ਉਹ ਵੀ ਜੋ ਮਹਿੰਦਰੂ ਜੀ ਕਹਿ ਰਹੇ ਨੇ ਕਿ ਪੱਖਪਾਤ ਤੋਂ ਰਹਿਤ ਹੋ ਕੇ ਚੱਲਣਾ ਤੇ ਮਜਬੂਰੀਆਂ ਤੋਂ ਰਹਿਤ ਹੋ ਕੇ ਚੱਲਣਾ। ਤੁਸੀਂ ਦੱਸ ਰਹੇ ਹੋ ਕਿ ਮਜਬੂਰੀ ਹੁੰਦੀ ਹੈ, ਮਹਿੰਦਰੂ ਜੀ ਵੀ ਕਹਿੰਦੇ ਮਜਬੂਰੀ ਹੁੰਦੀ ਹੈ, ਪਰ ਗੱਲ ਇਹ ਹੈ ਵੀ ਐਸੀ ਕਿਹੜੀ ਮਜਬੂਰੀ ਹੈ ਕਿ ਜਦੋਂ ਆਪਣੇ ਆਪ ਤੇ ਜਿਹੜੀ ਆਪਣੀ ਪਾਰਟੀ ਦੇ ਵਰਕਰ ਹੋਣ ਉਹਨਾਂ ਤੇ ਕਹਿਰ ਹੁੰਦਾ ਹੋਵੇ, ਤੁਸੀਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠ ਜਾਓ। ਤੇ ਜਦੋਂ ਤੁਹਾਨੂੰ ਲੱਗੇ ਵਿਰੋਧੀ ਪਾਰਟੀਆਂ ਵਾਂਗੂ ਕਿ ਜਦੋਂ ਤਾਂ ਉਹ ਸਟੇਟ ਜਿੱਥੇ ਕਿ ਤੁਹਾਡੀ ਇੱਕ ਹਮਦਰਦ ਆ ਜਾਂ ਇੱਕ ਮੋਦੀ ਜਿਹੜੇ ਕੇਂਦਰ 'ਚ ਪ੍ਰਧਾਨ ਮੰਤਰੀ ਬੈਠੇ ਨੇ ਜਿਹੜਾ ਉਹਨਾਂ ਦਾ ਵਿਰੋਧੀ ਹੈ, ਜੇ ਤਾਂ ਉਹ ਕੋਈ ਜ਼ੁਲਮ ਕਰਦਾ, ਉਹਦੀ ਸਟੇਟ 'ਚ ਕੋਈ ਵਧੀਕੀ ਹੁੰਦੀ ਹੈ ਤੇ ਉਹਦੇ ਤੇ ਮੂੰਹ 'ਚ ਘੁੰਗਣੀਆਂ ਪਾ ਕੇ ਬੈਠ ਜਾਓ। ਤੇ ਜਦੋਂ ਤੁਹਾਨੂੰ ਲੱਗੇ ਕਿ ਜਿਹੜੇ ਰਾਜ ਵਿੱਚ ਇਹ ਘਟਨਾ ਵਾਪਰੀ ਹੈ ਉਹਦੇ ਉੱਤੇ ਵਿਰੋਧੀ ਪਾਰਟੀ ਦਾ, ਭਾਵ ਕਿ ਕੇਂਦਰ ਦੀ ਜਿਹੜੀ ਰਾਜ ਕਰ ਰਹੀ ਪਾਰਟੀ ਬੀਜੇਪੀ, ਉਹਦਾ ਮੁੱਖ ਮੰਤਰੀ ਹੈ, ਤੇ ਉੱਥੇ ਜਿਹੜੇ ਤੁਸੀਂ ਪੂਰੇ ਜੋਸ਼ ਖੋਸ਼ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੇ, ਤੁਸੀਂ ਉੱਤੇ ਵੀ ਟਿੱਪਣੀਆਂ ਕਰਦੇ ਹੋ, ਤੁਸੀਂ ਉਹਨਾਂ ਨੂੰ ਵਾਇਰਲ ਕਰਦੇ ਹੋ, ਪਰ ਜਿਹੜੀਆਂ ਉੱਥੋਂ ਦੀਆਂ ਘਟਨਾਵਾਂ ਨੇ ਖਾਸ ਤੌਰ ਤੇ ਬੰਗਾਲ ਦੀਆਂ, ਪੱਛਮੀ ਬੰਗਾਲ ਦੀਆਂ, ਉਹਨਾਂ ਉੱਤੇ ਜਿਹੜਾ ਉਹ ਚੁੱਪ ਕਰ ਜਾਂਦੇ ਨੇ। ਤੇ ਕੀ ਲੱਗਦਾ ਦੋਨਾਂ ਧਿਰਾਂ ਦੇ ਵਿੱਚੋਂ ਕਿਹੜੀ ਧਿਰ ਆ ਜਿਹਨੂੰ ਅਸੀਂ ਪਾਕ ਸਾਹਿਬ ਬਰੀ ਕਰ ਸਕਦੇ? ਸੰਧੂ ਸਾਹਿਬ, ਇੱਕੋ ਹੀ ਫਾਰਮੂਲਾ ਆ, ਨਿਆਏ ਨਿਆਏ ਆ ਤੇ ਅਨਿਆਏ ਅਨਿਆਏ ਆ। ਉਹ ਕਿਸੇ ਰੂਪ ਦੇ ਵਿੱਚ ਵੀ ਅਨਿਆਏ ਕਿਤੇ ਵੀ ਹੁੰਦਾ ਵਾ ਤੇ ਮੇਰਾ ਇਹ ਮੰਨਣਾ ਵਾ ਕਿ ਇੱਕ ਸਾਰ ਉਹਨੂੰ ਇੱਕ ਨਿਗਾਹ ਨਾਲ ਦੇਖਣਾ ਚਾਹੀਦਾ ਆ। ਇਹ ਨਹੀਂ ਕਿ ਪੱਛਮ ਬੰਗਾਲ 'ਚ ਹੋ ਰਿਹਾ ਤੇ ਉਹ ਅਨਿਆਏ ਨਹੀਂ, ਤੇ ਜੇ ਮਣੀਪੁਰ 'ਚ ਹੋ ਰਿਹਾ ਤੇ ਉਹ ਅਨਿਆਏ ਆ। ਇਹ ਦੋਵੇਂ ਚੀਜ਼ਾਂ ਨੂੰ, ਘਟਨਾਵਾਂ ਨੂੰ ਆਪਾਂ ਨੂੰ ਇੱਕ ਸਾਰ ਹੀ ਦੇਖਣਾ ਚਾਹੀਦਾ। ਔਰ ਮੇਰਾ ਇਹ ਤੁਹਾਡੇ ਚੈਨਲ ਦੇ ਰਾਹੀਂ, ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਵੀ ਆ ਕਿ ਜੇ ਤਾਂ ਮਣੀਪੁਰ ਦੇ ਪੀੜਤਾਂ ਦੇ ਪ੍ਰਤੀ ਤੁਸੀਂ ਬਹੁਤ ਜ਼ਿਆਦਾ ਆਪਣਾ ਦਿਖਾਇਆ ਵਾ,
ਹੌਸਲਾ ਜਾਂ ਜੋ ਵੀ ਆਪਣਾ ਵਿਚਾਰ ਰੱਖਿਆ ਵਾ ਦੇਸ਼ ਦੇ ਸਾਹਮਣੇ, ਉਹ ਪੱਛਮ ਬੰਗਾਲ ਦੇ ਪੀੜਤਾਂ ਦੇ ਪ੍ਰਤੀ ਵੀ ਪ੍ਰਧਾਨ ਮੰਤਰੀ ਜੀ ਉਦਾਂ ਦਾ ਹੀ ਵਿਵਹਾਰ ਲਿਆਉਣ। ਉਹ ਜਿਸ ਤਰ੍ਹਾਂ ਮਣੀਪੁਰ ਦੇ ਦੋਸ਼ੀਆਂ ਨੂੰ ਅੱਜ ਪੂਰੀ ਤਰ੍ਹਾਂ, ਮੈਂ ਪੰਜਾਬੀ ਚ ਕਹਾਂ ਵੀ ਠੋਕਣ ਦੀ ਤਿਆਰੀ ਹੋ ਰਹੀ ਹੈ, ਉਸੇ ਤਰ੍ਹਾਂ ਜਿਹੜੇ ਪੱਛਮ ਬੰਗਾਲ ਦੇ ਦੋਸ਼ੀ ਨੇ ਉਹਨਾਂ ਨੂੰ ਵੀ ਠੋਕਣ ਦੀ ਤਿਆਰੀ ਹੋਣੀ ਚਾਹੀਦੀ ਹੈ। ਇਹਨਾਂ ਨੂੰ ਕਿਸੇ ਨੂੰ ਵੀ ਬਰੀ ਨਹੀਂ ਕਰਨਾ ਚਾਹੀਦਾ। ਇਹ ਲੋਕ ਇਨਸਾਨੀਅਤ ਦੇ ਨਾਮ ਦੇ ਉੱਤੇ ਇੱਕ ਧੱਬਾ ਨੇ, ਔਰ ਜਿਹੜਾ ਵੀ ਇਨਸਾਨੀਅਤ ਨੂੰ ਸ਼ਰਮਸਾਰ ਕਰੇ ਉਹਦੇ ਦੇ ਨਾਲ ਕੋਈ ਵੀ ਰਿਆਇਤ ਨਹੀਂ ਵਰਤਣੀ ਚਾਹੀਦੀ, ਚਾਹੇ ਉਹ ਕਿਸੇ ਵੀ ਧਿਰ ਨਾਲ ਜੁੜਿਆ ਹੋਵੇ। ਇਸ ਚੀਜ਼ ਦੇ ਉੱਤੇ ਜਿਹੜਾ ਇੱਕੋ ਹੀ ਫਾਰਮੂਲਾ ਚਾਹੀਦਾ ਕਿ ਅਨਿਆਏ ਦੇ ਖਿਲਾਫ ਡਟ ਕੇ ਲੜਨਾ ਚਾਹੀਦਾ, ਉਹਦੇ ਵਿੱਚ ਕੋਈ ਵੀ ਰਿਆਇਤ ਕਿਸੇ ਨੂੰ ਨਹੀਂ ਦੇਣੀ ਚਾਹੀਦੀ। ਮੇਰਾ ਇਹ ਮਤ ਹੈ ਜੀ। ਮਹਿੰਦਰੋ ਜੀ, ਇਸ ਵਕਤ ਜਿਹੜੇ 2024 ਦੇ ਇਲੈਕਸ਼ਨਾਂ ਦੀ ਤਿਆਰੀਆਂ ਕਰ ਰਹੀਆਂ ਨੇ, ਦੋ ਧਿਰਾਂ ਬਣ ਗਈਆਂ ਨੇ ਵੱਡੀਆਂ। ਇੱਕ ਇਹਦੇ ਵਿੱਚ 38 ਪਾਰਟੀਆਂ ਨੇ, ਬੀਜੇਪੀ ਤੇ ਸਾਥੀ। ਦੂਜੇ ਪਾਸੇ ਜਿਹੜਾ ਇੰਡੀਆ ਨਾਂ ਦਾ ਗਰੁੱਪ ਬਣਾ ਲਿਆ, ਉਹ ਚ ਨੇ 26 ਦਲ। ਪਰ ਕੁਝ ਪਾਰਟੀਆਂ ਇਦਾਂ ਦੀਆਂ ਵੀ ਨੇ ਜਿਹੜੀਆਂ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਸ਼ਾਮਲ ਨਹੀਂ ਹੈ। ਜਿਹਨਾਂ ਵਿੱਚ ਗੱਲ ਕਰਾਂਗੇ ਆਪਾਂ ਬਹੁਜਨ ਸਮਾਜ ਪਾਰਟੀ ਦੀ, ਉਹਦੇ ਜਿਉਂ ਦੀ ਤਿਉਂ ਬਣੀ ਹੋਈ ਹੈ, ਤੇ YRS ਕਾਂਗਰਸ ਆ, ਉਹ ਵੀ ਹਲੇ ਜਿਉਂ ਦੀ ਤਿਉਂ ਬਣੀ ਹੋਈ ਹੈ। ਬੀਜੂ ਜਨਤਾ ਦਲ ਹੈ, BRS ਹੈ, ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਵੀ ਹੈ, ਜਿਹੜਾ ਕਿ ਹਲੇ ਕਿਸੇ ਧੜੇ ਦੇ ਵਿੱਚ ਜਿਹੜਾ ਉਹ ਨਹੀਂ ਗਿਆ। ਤੇ ਇਦਾਂ ਦੇ ਜਿਹੜੀਆਂ ਹੋਰ ਪਾਰਟੀਆਂ ਨੇ, ਉਹਨਾਂ ਦਾ ਇਸ ਵਕਤ ਜਿਹੜਾ ਵਤੀਰਾ ਆ ਉਹ ਵੀ ਸਾਫ਼ ਤੌਰ ਤੇ ਨਜ਼ਰ ਨਹੀਂ ਆ ਰਿਹਾ। ਜਿਵੇਂ ਆਪਾਂ ਗੱਲ ਕੀਤੀ ਹੈ, ਨਾ ਤਾਂ ਉਹ ਪੱਛਮੀ ਬੰਗਾਲ ਦੀਆਂ ਘਟਨਾਵਾਂ ਉੱਤੇ ਬੋਲੇ ਆ, ਤੇ ਨਾ ਹੀ ਉਹ ਇਸ ਜਿਹੜੀ ਆ ਮੁੱਦਾ ਆ ਨਵਾਂ ਹਾਲ ਦਾ, ਇਹਦੇ ਉੱਤੇ ਖਾਸ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋ ਧੜੇ ਔਰ ਤੀਜੀ ਧਿਰ ਉਹ ਜਿਹੜੀਆਂ ਪਾਰਟੀਆਂ ਆਪਣਾ ਵੱਖਰਾ ਵਜੂਦ ਲੈ ਕੇ ਜਾ ਰਹੀਆਂ। ਸਾਰੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ, ਉਹਨਾਂ ਦੇ ਲੀਡਰ ਇਸ ਵਕਤ ਕਿਹੜੇ ਮੁੱਦਿਆਂ ਉੱਤੇ ਕੀ ਵਿਚਾਰ ਰੱਖਦੇ ਨੇ, ਇਹਨੂੰ ਸਾਡਾ ਜਿਹੜਾ ਵੋਟਰ ਵਰਗ ਹੈ, ਦੇਸ਼ ਦੀ ਜਿਹੜੀ ਜਨਤਾ ਆ, ਉਹ ਬੜੇ ਧਿਆਨ ਨਾਲ, ਨੀਝ ਨਾਲ ਦੇਖ ਰਹੀ ਹੈ। ਕੀ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਇਬਾਰਤ ਲਿਖੀ ਜਾ ਰਹੀ ਹੈ 64 ਪਾਰਟੀ ਤੋਂ ਇਲਾਵਾ ਜਿਹੜੀ ਬਾਕੀ ਪਾਰਟੀਆਂ ਨੇ, ਉਹ ਵੀ ਇਹਨਾਂ ਨੂੰ ਕਿਵੇਂ ਲਿਆ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਅਗਲੀਆਂ ਚੋਣਾਂ ਤੱਕ ਕਿਹੜੇ ਪਾਸੇ ਨੂੰ ਗੱਲ ਜਾਂਦੀ ਨਜ਼ਰ ਆ ਰਹੀ? ਸੰਧੂ ਸਾਹਿਬ, ਇਹਨਾਂ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਉਹ ਨੇ ਜਿਹੜੀਆਂ ਸਿਰਫ ਆਪਣੀ ਸਟੇਟ ਦੇ ਵਿੱਚ ਵਜੂਦ ਇਹਨਾਂ ਦਾ ਹੈਗਾ ਹੈ ਜੀ। ਇਸ ਕਰਕੇ ਇਹ ਪਾਰਟੀਆਂ ਜਿਹੜੀਆਂ ਆ ਉਹ ਰਾਸ਼ਟਰ ਪੱਧਰ ਦੀ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਨਹੀਂ ਹਨ, ਕਿਉਂਕਿ ਉਹਨਾਂ ਨੂੰ ਸਿਰਫ ਇਹ ਐਸੀ ਕੋਈ ਉਹਨਾਂ ਦੀ ਮਨਸ਼ਾ ਨਹੀਂ ਹੈ। ਜਿਸ ਤਰ੍ਹਾਂ ਕੁਝ ਸਟੇਟਾਂ ਦੀਆਂ, ਕੁਝ ਪਾਰਟੀਆਂ ਦੀ ਐਸੀ ਮਨਸ਼ਾ ਹੈ ਕਿ ਅਸੀਂ ਕੇਂਦਰ ਦੇ ਵਿੱਚ ਪਹੁੰਚ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਲਈ ਜਿਹੜੀ ਹੈ ਲੜਾਈ ਲੜਨੀ ਹੈ 2024 ਦੇ ਵਿੱਚ। ਤੇ ਇਸ ਕਰਕੇ ਜਿਹੜੀਆਂ ਤਾਂ ਇਸ ਤਰ੍ਹਾਂ ਦੀਆਂ ਚਾਹਵਾਨ ਪਾਰਟੀਆਂ, ਉਹ ਇਸ 26 ਦਲਾਂ ਦੇ ਵਿੱਚ ਇਕੱਠੀਆਂ ਹੋਈਆਂ, ਜਿਹੜਾ ਕਿ ਇੱਕ ਮਹਾਗਠਬੰਧਨ ਬਣਿਆ ਹੈ। ਉਸ ਤੋਂ ਬਾਅਦ ਜਿਹੜਾ ਹੈ NDA ਦੇ ਨਾਲ ਸੰਬੰਧਿਤ ਪਾਰਟੀਆਂ, ਉਹ ਪਹਿਲਾਂ ਤੋਂ ਵੀ ਸੰਬੰਧਿਤ ਨੇ, ਤੇ ਹੁਣ ਵੀ ਕੁਝ ਲੋਕ ਜਿਹੜੇ ਨਵੇਂ ਵੀ ਉਹਨਾਂ ਦੇ ਨਾਲ ਜੁੜਨ ਦੀ ਤਿਆਰੀ ਦੇ ਵਿੱਚ ਚੱਲ ਰਹੇ ਨੇ। ਲੇਕਿਨ ਜਿਹੜੀਆਂ ਪਾਰਟੀਆਂ ਕੇਂਦਰ ਦੀ ਸੱਤਾ ਤੋਂ ਨਾਲ ਤਾਂ ਚੱਲਣਾ ਹੁੰਦਾ ਉਹਨਾਂ ਨੇ, ਲੇਕਿਨ ਉਹਦੇ ਵਿੱਚ ਕੋਈ ਉਹਨਾਂ ਦਾ ਇਹ ਨਹੀਂ ਬਣਦਾ ਕਿ ਵੀ ਅਸੀਂ ਜਾਂ ਤਾਂ ਕਿੰਗ ਬਣਨਾ ਜਾਂ ਕਿੰਗ ਮੇਕਰ ਬਣਨਾ। ਉਸ ਭੂਮਿਕਾ ਦੇ ਵਿੱਚ ਜਿਹੜੀਆਂ ਉਹ ਪਾਰਟੀਆਂ ਨਹੀਂ ਹੈਗੀਆਂ, ਉਹ ਪਾਰਟੀਆਂ ਆਪਣੇ ਰਾਜ ਦੇ ਵਿੱਚ ਆਪਣੀ ਲੜਾਈ ਜਿਹੜੀ ਲੜਨ ਲਈ ਉਹ ਇਕੱਲੇ ਤਿਆਰ ਹੈ ਫਿਲਹਾਲ। ਜੇ ਉਹਨਾਂ ਦੀ, ਕਿਉਂ ਇਕੱਲੇ ਤਿਆਰ ਹੈ, ਕਿਉਂਕਿ ਉਹਨਾਂ ਦੀ ਆਪਸੀ ਜਿਹੜੀ ਹੈ ਦੋਨੋਂ ਹੀ ਗਰੁੱਪਾਂ ਦੇ ਦੋਨੇ ਦੋ ਧੜੇ ਆ, ਇੱਕ NDA ਧੜਾ, ਇੱਕ ਨਵਾਂ ਜਿਹੜਾ ਸ਼ਾਰਟ ਫਾਰਮ ਦੇ ਵਿੱਚ ਇੰਡੀਅਨ ਕਰਕੇ ਬਣਿਆ ਜਿਹੜਾ ਨਵਾਂ ਧੜਾ, ਉਹਨਾਂ ਦੋਨਾਂ ਦੇ ਨਾਲ ਉਹਨਾਂ ਦੇ ਵਿਚਾਰ ਜਿਹੜੇ ਆ ਨਹੀਂ ਮਿਲਦੇ, ਤੇ ਇਸ ਕਰਕੇ ਹਾਲੇ ਉਹ ਇਕੱਲੇ ਆ, ਉਹ ਕਿਸੇ ਵੀ ਗਠਬੰਧਨ ਦੇ ਪ੍ਰਭਾਵ ਦੇ ਵਿੱਚ ਨਹੀਂ ਆ। ਤੇ ਲੇਕਿਨ ਬਹੁਤ ਸਾਰੇ ਐਸੇ ਧੜੇ ਹਨ ਜਿਹੜੀਆਂ ਪਾਰਟੀਆਂ ਆਪਣੇ ਸਟੇਟ ਤੱਕ ਹੀ ਕੰਮ ਕਰਨਾ ਚਾਹੁੰਦੀਆਂ, ਤੇ ਆਪਣੇ ਉਹ ਇਕੱਲੇ ਦਮ ਦੇ ਉੱਤੇ ਲੜ ਕੇ ਜਿਹੜਾ ਆਪਣੇ ਰਾਜ ਦੇ ਵਿੱਚ ਆਪਣੀ ਜਿਹੜੀ ਹੈ ਰਾਜਨੀਤੀ ਕਰਨਾ ਚਾਹੁੰਦੇ ਨੇ। ਤੇ ਇਹੀ ਉਹ ਧੜੇ ਆ। ਤੇ ਜਿਹੜੇ ਕੁਝ ਵਿਸ਼ੇਸ਼ 2-3 ਸਟੇਟਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਇਹ ਉਥਲ ਪੁਥਲ ਬਹੁਤ ਜ਼ਿਆਦਾ ਚੱਲ ਰਹੀ ਆ, ਉਹਨਾਂ ਦੇ ਵਿੱਚੋਂ ਇੱਕ ਸਟੇਟ ਪੰਜਾਬ ਵੀ ਹੈ, ਤੇ ਇਹਦੇ ਵਿੱਚ ਵੀ ਬਹੁਤ ਉਥਲ ਪੁਥਲ ਚੱਲ ਰਹੀ ਆ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਸੱਤਾ ਦੇ ਵਿੱਚ, ਔਰ ਕਾਂਗਰਸ ਇੱਥੇ ਜਿਹੜੀ ਆ ਵਿਪਕਸ਼ ਦੇ ਵਿੱਚ ਹੈ। ਲੇਕਿਨ ਉਹਨਾਂ ਦੇ, ਜੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੀ, ਤਾਂ ਉਹ ਇਹਨਾਂ ਦੇ ਖਿਲਾਫ ਹੈ ਕਾਂਗਰਸ ਦੇ। ਜੇ ਗੱਲ ਕਰੀਏ ਕੇਜਰੀਵਾਲ ਸਾਹਿਬ ਦੀ, ਤਾਂ ਉਹ ਕਾਂਗਰਸ ਦੇ ਨਾਲ ਇਸ ਟਾਈਮ ਜਿਹੜਾ ਆ ਗੱਠਜੋੜ ਦੇ ਵਿੱਚ ਆ। ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਉਥਲ ਪੁਥਲ ਹਾਲੇ ਕਾਫੀ ਦੇਰ ਤੱਕ ਰਹੇਗੀ, ਤੇ ਦੇਖਦੇ ਹਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਕੀ ਬਣਦਾ ਹੈ। ਕਮਰਮੰਜ਼ਲ ਜੀ,
ਗੱਲ ਆ ਗਈ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਉੱਪਰੋਂ ਗੱਠ ਜੋੜਿਆ ਤੇ ਥੱਲਿਓਂ ਬਾਜਵਾ ਸਾਹਿਬ ਜਿਹੜੇ ਕਿ ਪੰਜਾਬ ਦੇ ਵਿੱਚ ਵਿਧਾਇਕ ਦਲ ਦੇ ਆਗੂ ਨੇ, ਕਾਂਗਰਸ ਵਿਧਾਇਕ ਦਲ ਦੇ ਆਗੂ, ਉਹ ਕਹਿੰਦੇ ਸਾਨੂੰ ਆਮ ਆਦਮੀ ਪਾਰਟੀ ਦੀ ਸ਼ਕਲ ਦੇਖਣਾ ਵੀ ਜਿਹੜੀ ਗਵਾਰਾ ਨਹੀਂ। ਗੱਠ ਜੋੜ ਤਾਂ ਬਹੁਤ ਦੂਰ ਦੀ ਗੱਲ। ਕੀ ਬਣ ਗਏ ਹਾਲਾਤ, ਜਦੋਂ ਕਿ ਦੂਜੇ ਪਾਸੇ ਨਾਲ ਦੀ ਨਾਲ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਕਾਂਗਰਸ ਪਾਰਟੀ ਜਾਂ ਪਿਛਲੇ ਚੋਣਾਂ ਤੱਕ ਵੀ ਟਿਕਟ ਲੈਣ ਦਾ ਇੰਨਾ ਵੱਡਾ ਵਕਾਰ ਬਣਿਆ ਹੋਇਆ ਸੀ ਕਿ ਲੋਕਾਂ ਨੇ ਕਰੋੜਾਂ ਰੁਪਏ ਦੇ ਕੇ ਟਿਕਟਾਂ ਲੈਣ ਦਾ ਜੁਗਾੜ ਕੀਤਾ ਆਪਣੇ ਵੱਲੋਂ, ਪਰ ਕਿਤੇ ਨਾ ਕਿਤੇ ਉਹਨਾਂ ਨਾਲ ਠੱਗੀ ਹੋ ਗਈ। ਲੋਕੀ ਜਿਹੜੇ ਆ ਉਹ ਅੰਦਰਲੀਆਂ ਸੂਚਨਾਵਾਂ ਦੇ ਕੇ ਉਹਨਾਂ ਨੂੰ ਕਹਿੰਦੇ ਲਓ ਜੀ ਤੁਹਾਡੀ ਟਿਕਟ ਪੱਕੀ ਕਰਾ ਦਿੰਦੇ ਆ। ਤੇ ਇੱਕ ਲੁਧਿਆਣੇ ਤੋਂ ਖਬਰ ਆਈ ਆ, ਆਤਮ ਨਗਰ ਤੋਂ, ਤੇ ਉਹ ਕਹਿੰਦੇ ਜੀ ਉਹਨਾਂ ਨੇ ਕਾਂਗਰਸ ਪਾਰਟੀ ਦੀ ਟਿਕਟ ਲੈਣ ਵਾਸਤੇ 2.5 ਕਰੋੜ ਤੋਂ ਜ਼ਿਆਦਾ ਰੁਪਏ ਜਿਹੜੇ ਆ ਉਹ ਦੇਤੇ। ਉਹ ਬਾਅਦ ਚ ਜਦੋਂ ਸ਼ਿਕਾਇਤ ਕੀਤੀ ਪਤਾ ਲੱਗਾ ਵੀ ਟਿਕਟ ਵਾਲੀ ਤਾਂ ਕੋਈ ਗੱਲ ਨਹੀਂ ਸੀ, ਤੇ ਗੱਲ ਇਹ ਆਈ ਉਹ ਤਾਂ 30 ਕਰੋੜ ਰੁਪਇਆ ਇਕੱਠਾ ਕਰੀ ਫਿਰਦੇ ਸੀ ਕਾਂਗਰਸ ਪਾਰਟੀ ਦੀਆਂ ਟਿਕਟਾਂ ਦੇ ਨਾਲ। ਇੱਕ ਪਾਸੇ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕਿ ਕਰੋੜਾਂ ਰੁਪਏ ਲੋਕੀ ਖਰਚਣ ਲਈ ਤਿਆਰ ਨੇ ਕਾਂਗਰਸ ਦੀ ਟਿਕਟ ਲੈਣ ਲਈ, ਤੇ ਦੂਜੇ ਪਾਸੇ ਕਾਂਗਰਸ ਦੇ ਇਸ ਵਕਤ ਹਾਲਾਤ ਇਹ ਬਣੇ ਹੋਏ ਨੇ ਕਿ ਉਹਨੂੰ ਆਪਣੀ ਹੋਂਦ ਕਾਇਮ ਰੱਖਣ ਵਾਸਤੇ ਪੰਜਾਬ ਦੇ ਵਿੱਚ ਵੀ ਤਾਲੋ ਮੱਛੀ ਹੋਣਾ ਪੈ ਰਿਹਾ, ਔਰ ਕੇਂਦਰ ਦੇ ਵਿੱਚ ਵੀ ਜੇ ਉਹਨਾਂ ਨੇ ਟੱਕਰ ਦੇਣੀ ਹੈ ਮੋਦੀ ਜੀ ਨੂੰ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਸਹਾਰੇ ਦੀ ਲੋੜ ਪੈ ਰਹੀ ਹੈ। ਇਸ ਹਾਲਾਤ ਨੂੰ ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਇੱਕ ਗੱਲ ਮੈਂ ਬੇਨਤੀ ਕਰਦਾ, ਜਿਹੜਾ ਇਹ 26 ਦਲਾਂ ਦਾ ਗਠਬੰਧਨ ਹੋਇਆ ਨਾ ਜੀ, ਇਹ ਸਿਧਾਂਤਕ ਤੌਰ ਤੇ ਕੋਈ ਗਠਬੰਧਨ ਹੈ ਹੀ ਨਹੀਂ ਆ। ਇਹਨਾਂ ਦੀ ਕਿਸੇ ਪਾਰਟੀ ਦੀ ਇੱਕ ਦੀ ਦੂਜੇ ਨਾਲ ਕੋਈ ਵਿਚਾਰਧਾਰਾ ਨਹੀਂ ਰਲਦੀ। ਹਰ ਪਾਰਟੀ ਦੀ ਆਪਣੀ ਆਪਣੀ ਡਫਲੀ ਆ, ਤੇ ਆਪੋ ਆਪਣੀ ਡਫਲੀ ਵਜਾਉਣ ਵਾਲੀ ਪਾਰਟੀ ਹੈ। ਇਹਦੇ ਵਿੱਚ 5-4 ਦਲ ਜਿਹੜੇ ਮੇਜਰ ਦਲ ਨੇ, ਆਪਾਂ ਉਹਨਾਂ ਦੀ ਡਿਸਕਸ਼ਨ ਕਰ ਲਈਏ ਤੇ ਕੋਈ ਵੀ ਵਿਚਾਰਧਾਰਾ ਇੱਕ ਦੂਜੇ ਨਾਲ ਨਹੀਂ ਰਲਦੀ, ਸਾਰੇ ਇੱਕ ਦੂਜੇ ਦੇ ਦੁਸ਼ਮਣ ਨੇ। ਪਰ ਮੈਨੂੰ ਇਹ ਨਹੀਂ ਸਮਝ ਲੱਗਦੀ, ਉਹ ਪੰਜਾਬ 'ਚ ਤੇ ਆਮ ਆਦਮੀ ਪਾਰਟੀ ਔਰ ਕਾਂਗਰਸ ਆਪਣੇ ਆਪ ਨੂੰ ਇੱਕ ਦੂਜੇ ਦਾ ਦੁਸ਼ਮਣ ਦੱਸਦੇ ਨੇ, ਤੇ ਜਦੋਂ ਦਿੱਲੀ ਦੀ ਇਲੈਕਸ਼ਨ ਗੱਲ ਕਰਦੇ ਉਦੋਂ ਕਹਿੰਦੇ ਅਸੀਂ ਭਰਾ ਆ। ਇਹ ਫਾਰਮੂਲਾ ਮੇਰੀ ਤੇ ਸਮਝ 'ਚ ਆਇਆ ਨਹੀਂ। ਇੱਕ ਬੰਨੇ ਆਪਾਂ ਇੱਥੇ ਪੂਰੀ ਤਰ੍ਹਾਂ ਕਰਪਸ਼ਨ ਦੇ ਖਿਲਾਫ ਲੜਾਈ ਲੜ ਰਹੇ ਹਾਂ, ਤੇ ਦੂਜੇ ਬੰਨੇ ਉਸੇ ਕਰਪਟ ਪਾਰਟੀ ਦੇ ਵੱਡੇ ਲੀਡਰਾਂ ਨਾਲ ਹੀ ਜੱਫੀਆਂ ਪਾ ਰਹੇ ਹਾਂ। ਇਹ ਕਿੱਦਾਂ ਦੇ ਸਿਧਾਂਤ ਨੇ ਅਰਵਿੰਦ ਕੇਜਰੀਵਾਲ ਜੀ ਦੇ? ਮੇਰੀ ਤੇ ਸਮਝ ਤੋਂ ਪਰੇ ਆ। ਬਟ ਇਹ ਪੰਜਾਬ ਦੀ ਜਾਂ ਦੇਸ਼ ਦੀ ਜਨਤਾ ਬੜੀ ਸੂਝਵਾਨ ਔਰ ਸਿਆਣੀ ਆ। ਉਹ ਐਸੇ ਮਨਸੂਬਿਆਂ ਨੂੰ ਪੂਰੀ ਤਰ੍ਹਾਂ ਇਹਦੇ ਤੇ ਘੋਖ ਕਰੇਗੀ ਔਰ ਉਸ ਤੋਂ ਬਾਅਦ ਹੀ ਫੈਸਲਾ ਲਏਗੀ। ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ ਕਰਪਸ਼ਨ ਦੀ, 30 ਕਰੋੜ ਰੁਪਈਆ। ਮੈਂ ਤੁਹਾਨੂੰ ਬੇਨਤੀ ਕਰਦੇ ਆ ਸੰਧੂ ਸਾਹਿਬ, ਤੁਹਾਡੀ ਔਰ ਮਹਿੰਦਰੂ ਜੀ ਦੀ ਕੋਈ ਮੁਲਾਕਾਤ ਹੁੰਦੀ ਆ ਤੇ ਮੈਨੂੰ ਪਤਾ ਕਿਵੇਂ ਲੱਗ ਸਕਦੀ ਆ? ਅਗਰ ਉਹ ਮੇਰੀ ਨੌਲੇਜ 'ਚ ਚੀਜ਼ਾਂ ਆਉਂਦੀਆਂ ਨੇ ਤੇ ਤਾਂ ਹੀ ਮੈਂ ਲੋਕਾਂ ਨੂੰ ਭਰਮਾ ਕੇ ਤੁਹਾਡੇ ਨਾਂ ਤੇ ਠੱਗੀਆਂ ਮਾਰ ਸਕਦਾ ਆ। ਉਹ ਜਿਹੜੇ ਵੀ ਲੋਕਾਂ ਨੇ ਇਹਨਾਂ ਦੇ ਨਾਲ ਠੱਗੀਆਂ ਮਾਰੀਆਂ ਨੇ, ਉਹ ਕੈਪਟਨ ਅਮਰਿੰਦਰ ਸਿੰਘ ਦੀਆਂ, ਨਵਜੋਤ ਸਿੰਘ ਸਿੱਧੂ ਦੀਆਂ, ਪ੍ਰਸ਼ਾਂਤ ਕਿਸ਼ੋਰ ਦੀਆਂ ਅੰਦਰੂਨੀ ਮੀਟਿੰਗਾਂ ਦਾ ਵੇਰਵਾ ਸਾਰਾ ਉਹਨਾਂ ਦੇ ਕੋਲ ਹੁੰਦਾ ਸੀਗਾ। ਤੇ ਐਸੀ ਕਿਹੜੀ ਗਿੱਦੜ ਸਿੰਘੀ ਉਹ ਲਈ ਫਿਰਦੇ ਸੀ ਕਿ ਉਹਨਾਂ ਨੂੰ ਇਹ ਵੱਡੀਆਂ ਜਿਹੜੀਆਂ ਇਹਨਾਂ ਦੀਆਂ ਟੌਪ ਸੀਕ੍ਰੇਟ ਮੀਟਿੰਗਸ, ਉਹਨਾਂ ਦੇ ਵੀ ਰਿਜ਼ਲਟ ਉਹਨਾਂ ਦੇ ਕੋਲ ਹੁੰਦੇ ਸੀਗੇ। ਇਹ ਸਾਰੀ ਮਿਲੀ ਭੁਗਤ ਆ, ਇਹ ਕਾਂਗਰਸ ਪਾਰਟੀ ਦਾ ਕਲਚਰ ਹੈ ਔਰ ਉਹਦੇ ਵਿੱਚ ਇਹ ਲੈਣ ਦੇਣ ਦਾ ਰਵਾਇਤਾਂ ਜਿਹੜੀਆਂ ਸ਼ੁਰੂ ਤੋਂ ਚੱਲੀਆਂ ਆਈਆਂ ਨੇ, ਔਰ ਉਹੀ ਚੀਜ਼ਾਂ ਨੇ ਅੱਜ ਇਹ ਚੀਜ਼ਾਂ ਖੁੱਲ ਕੇ ਸਾਹਮਣੇ ਆ ਗਈਆਂ ਨੇ। ਔਰ ਅੱਜ ਉਹੀ ਆਮ ਆਦਮੀ ਪਾਰਟੀ ਉਹਨਾਂ ਹੀ ਕਰਪਟ ਲੀਡਰਾਂ ਦੇ ਨਾਲ ਜਾ ਕੇ ਜੱਫੀਆਂ ਪਾ ਰਹੀ ਆ। ਔਰ ਇਹਦਾ ਜਿਹੜਾ ਰਿਜ਼ਲਟ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਬੜੇ ਵਧੀਆ ਤਰੀਕੇ ਨਾਲ ਇਹਨਾਂ ਸਾਰੀਆਂ ਹਰਕਤਾਂ ਦਾ ਜਵਾਬ ਦੇਣਗੇ। ਉਹ ਤੁਸੀਂ ਵੀ ਦੇਖੋਗੇ ਔਰ ਅਸੀਂ ਵੀ ਦੇਖਾਂਗੇ ਜੀ। ਮਹਿੰਦਰੂ ਜੀ, ਕਿਵੇਂ ਦੇਖਦੇ ਹੋ? ਤੀਜੇ ਪਾਸੇ ਮਜੀਠੀਆ ਸਾਹਿਬ ਜਿਹੜੇ ਨੇ, ਇਹਨਾਂ ਦੇ ਗੱਠਜੋੜ ਉੱਤੇ ਜਿਹੜੇ ਆ ਕਮੈਂਟ ਕਰੀ ਜਾ ਰਹੇ ਨੇ, ਉਕਸਾਈ ਜਾ ਰਹੇ ਨੇ, ਉਹਨਾਂ ਨੇ ਨਿਸ਼ਾਨਾ ਸਾਧਿਆ ਆ। ਬਾਜਵਾ ਤੇ ਵੜਿੰਗ ਸਾਹਿਬ ਨੂੰ ਕਹਿੰਦੇ ਨੇ ਕਿ ਭਾਈ ਤੁਹਾਨੂੰ ਤਾਂ ਸੋਨੀਆ ਗਾਂਧੀ ਦੇ ਜਿਹੜੇ ਆਦੇਸ਼ ਨੇ ਉੱਪਰੋਂ ਮੰਨਣੇ ਹੀ ਪੈਣੇ, ਤੁਸੀਂ ਜਿੰਨਾ ਮਰਜ਼ੀ ਤਰ ਲਓ ਮੱਛੀ ਹੋ ਲਵੋ। ਤੁਹਾਡਾ ਜਿਹੜਾ ਗੱਠਜੋੜ ਉੱਪਰੋਂ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਹੋ ਚੁੱਕਾ ਹੈ। ਪਰ ਰਾਜਾ ਵੜਿੰਗ ਉਹਨਾਂ ਦੀ ਗੱਲ ਕਰੀ ਹੈ ਤਾਂ ਪਿਛਲੇ ਦਿਨੀ ਭਵਿੱਖਬਾਣੀ ਕਰ ਰਹੇ ਸੀਗੇ ਕਿ ਬੀਜੇਪੀ ਦਾ ਅਕਾਲੀ ਦਲ ਦੇ ਨਾਲ ਗੱਠਜੋੜਾ ਹੋ ਚੁੱਕਾ ਹੈ। ਪਰ ਮੇਰਾ ਖਿਆਲ ਕਿਤੇ ਨਾ ਕਿਤੇ ਉਸ ਗੱਲ ਨੂੰ, ਉਹਨਾਂ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਲੱਗੀ ਕਿ ਅਸਲੀ ਗੱਠਜੋੜ ਤਾਂ ਉਹਨਾਂ ਦੀ ਪਾਰਟੀ ਨੇ ਕਰ ਲੈਣਾ ਹੈ। ਇੱਕ ਐਸੀ ਪਾਰਟੀ ਦੇ ਨਾਲ ਕਿ ਜਿਹੜੀ ਪਾਰਟੀ ਨੇ ਉਹ ਕਾਂਗਰਸੀ ਲੀਡਰਾਂ ਦਾ ਪੰਜਾਬ 'ਚ ਜੀਣਾ ਦੁੱਭਰ ਕੀਤਾ ਪਿਆ। ਕਿਵੇਂ ਦੇਖਦੇ ਹੋ ਇਸ ਹਾਲਾਤ ਨੂੰ? ਸੰਧੂ ਸਾਹਿਬ, ਇਹ ਚਰਚਾ ਦਾ ਵਿਸ਼ਾ ਵਾਕਿਆ ਇੱਕ ਅਸਮੰਜਸ ਵਾਲੀ ਜਿਹੜੀ ਸਥਿਤੀ ਪੈਦਾ ਕਰਕੇ ਰੱਖੀ ਹੋਈ ਹੈ। ਇਸਨੇ ਅਸਮੰਜਸ ਵਾਲੀ ਸਥਿਤੀ ਖਾਲੀ ਰਾਜਾ ਵੜਿੰਗ ਲਈ ਜਾਂ ਬਾਜਵਾ ਸਾਹਿਬ ਦੇ ਲਈ ਹੀ ਨਹੀਂ ਹੈ, ਬਲਕਿ ਉਹ ਸਮੁੱਚੇ ਪੰਜਾਬ ਦੇ ਲਈ ਹੈ।
ਅਸਮੰਜਸ ਦੀ ਸਥਿਤੀ ਜਿਹੜੀ ਹੈ ਉਹ ਸਮੁੱਚੇ ਪੰਜਾਬ ਦੇ ਲਈ ਹੈ ਕਿ ਬਈ ਜਿਹੜੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਇਹ ਗੱਲ ਕਹਿੰਦੇ ਸੀ ਕਿ ਅਸੀਂ ਕਿਸੇ ਵੀ ਕੀਮਤ ਤੇ ਕਾਂਗਰਸ ਦੇ ਨਾਲ ਜਾਂ ਕਿਸੇ ਹੋਰ ਐਸੀ ਪਾਰਟੀ ਦੇ ਨਾਲ ਗਠਬੰਧਨ ਨਹੀਂ ਕਰਾਂਗੇ ਕਦੇ ਵੀ, ਜਿਹਦੇ ਨਾਲ ਜਿਨ੍ਹਾਂ ਨੇ ਇਸ ਦੇਸ਼ ਦਾ ਜਿਹੜਾ ਆ ਬਹੁਤ ਵੱਡੇ ਨੁਕਸਾਨ ਕੀਤੇ ਆ। ਇਹ ਕੇਜਰੀਵਾਲ ਜੀ ਹਰ ਆਪਣੀ ਸਪੀਚ ਦੇ ਵਿੱਚ ਕਹਿੰਦੇ ਹੁੰਦੇ ਸੀ। ਔਰ ਹੁਣ ਅਗਰ ਭਗਵੰਤ ਮਾਨ ਜੀ ਨੇ ਲੋਕਾਂ ਨਾਲ ਵਾਅਦਾ ਕੀਤਾ ਹੋਇਆ ਕਿ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ, ਨਸ਼ਾ ਮੁਕਤ ਪੰਜਾਬ ਬਣਾਵਾਂਗੇ ਔਰ ਖੁਸ਼ਹਾਲ ਪੰਜਾਬ ਬਣਾਵਾਂਗੇ, ਔਰ ਅੱਜ ਸਟੇਜ ਅਗਰ ਉੱਪਰੋਂ ਅਰਵਿੰਦ ਕੇਜਰੀਵਾਲ ਜੀ ਕਾਂਗਰਸ ਦੇ ਨਾਲ ਗਠਬੰਧਨ ਕਰ ਲੈਂਦੇ ਆ ਔਰ ਇੱਥੇ ਆ ਕੇ ਤਾਂ ਫਿਰ ਉਹੀ ਲੋਕਾਂ ਨੂੰ ਸਮਝ ਨਹੀਂ ਆਣੀ ਕਿ ਵੀ ਉਹ ਕਹਿੰਦੇ ਸੀ ਅਸੀਂ ਕਾਰਵਾਈ ਕਰਾਂਗੇ। ਲੋਕ ਉਮੀਦ ਕਰਦੇ ਆ ਕਿ ਜੋ ਕੁਝ ਪਿਛਲੀਆਂ ਸਰਕਾਰਾਂ ਦੇ ਵਿੱਚ ਘੁਟਾਲੇ ਹੋਏ ਆ ਉਹ ਸਾਹਮਣੇ ਆਣਗੇ ਔਰ ਇਹਨਾਂ ਦਾ ਅਗਰ ਗਠਬੰਧਨ ਹੋ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਇਹ ਗੱਲ ਮੰਨੀ ਜਾਊਗੀ ਕਿ ਵਿਪਕਸ਼ ਖਤਮ ਹੋ ਜਾਏਗਾ, ਕਿਉਂਕਿ ਕਾਂਗਰਸ ਦੀ ਭੂਮਿਕਾ ਪੰਜਾਬ ਦੇ ਵਿੱਚ ਵਿਪਕਸ਼ ਦੀ ਭੂਮਿਕਾ ਹੈ। ਔਰ ਜੇ ਵਿਪਕਸ਼ ਖਤਮ ਹੋ ਜਾਏਗਾ ਤਾਂ ਆਮ ਆਦਮੀ ਪਾਰਟੀ ਆਜ਼ਾਦ ਹੋ ਜਾਏਗੀ। ਇਹਨਾਂ ਨੂੰ ਸਿਰਫ ਪੁੱਛਣ ਲਈ ਇੱਕ ਬੀਜੇਪੀ ਪਾਰਟੀ ਰਹਿ ਜਾਏਗੀ ਪੰਜਾਬ ਦੇ ਵਿੱਚ, ਹੋਰ ਕੋਈ ਪਾਰਟੀ ਇੱਥੇ ਪੁੱਛਣ ਨੂੰ ਨਹੀਂ ਰਹਿ ਜਾਏਗੀ, ਕਿਉਂਕਿ ਅਕਾਲੀ ਦਲ ਦਾ ਵਜੂਦ ਜਿਹੜਾ ਹੈ ਉਹ ਦਿਨ ਪ੍ਰਤੀ ਦਿਨ ਜਿਹੜਾ ਆ ਉਹ ਘਟਦਾ ਜਾ ਰਿਹਾ। ਬੀਐਸਪੀ ਦਾ ਵਜੂਦ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜਨਤਾ ਦੇ ਵਿੱਚ ਹੈ, ਲੇਕਿਨ ਸੀਟਾਂ ਦੇ ਆਧਾਰ ਦੇ ਉੱਤੇ ਸਦਨ ਦੇ ਵਿੱਚ ਉਹਨਾਂ ਦਾ ਕੋਈ ਵਜੂਦ ਜਿਹੜਾ ਬਹੁਤ ਜ਼ਿਆਦਾ ਨਹੀਂ ਹੈ। ਤੇ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਗੱਠਜੋੜ ਹੈ ਅਰਵਿੰਦ ਕੇਜਰੀਵਾਲ ਜੀ ਦਾ ਔਰ ਕਾਂਗਰਸ ਪਾਰਟੀ ਦਾ, ਇਹਦੇ ਲਈ ਸਥਿਤੀ ਜਿਹੜੀ ਹੈ ਪੰਜਾਬ ਦੇ ਵਿੱਚ ਅਸਮੰਜਸ ਦੀ ਸਥਿਤੀ ਇੱਕ ਆਮ ਆਦਮੀ ਤੋਂ ਲੈ ਕੇ ਇੱਕ ਲੀਡਰ ਤੱਕ ਨੂੰ ਜਿਹੜੀ ਹੈ ਉਹ ਪੈਦਾ ਕਰੇਗੀ ਅਸਮੰਜਸ। ਤੇ ਇਹਦੇ ਵਿੱਚੋਂ ਭਗਵੰਤ ਮਾਨ ਜੀ ਕਿਸ ਤਰ੍ਹਾਂ ਉੱਭਰ ਕੇ ਪੰਜਾਬ ਦੇ ਪੰਜਾਬੀਆਂ ਨਾਲ ਕੀਤੇ ਹੋਏ ਵਾਅਦੇ ਨੂੰ ਪੂਰਾ ਕਰ ਪਾਣਗੇ, ਇਹ ਗੱਲ ਵਾਕਿਆ ਹੀ ਸਮਝ ਤੋਂ ਬਾਹਰ ਦੀ ਹੈ। ਜੀ ਕਮਰਮੰਦਰ ਜੀ, ਜਿਹੜੇ ਤਾਜ਼ਾ ਸਮੀਕਰਨ ਬਣ ਗਏ ਨੇ, ਹਾਲਾਤ ਬਣ ਗਏ ਨੇ, ਪਿਛਲੇ ਦਿਨੀ ਨਾਮਯੋਗ ਤੁਹਾਡੇ ਪ੍ਰਧਾਨ ਸਾਹਿਬ ਜਾਖੜ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਬੀਜੇਪੀ ਜਿਹੜੀ ਹੈ ਆਉਣ ਵਾਲੇ ਸਮੇਂ 'ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਤੇ ਮੈਨੂੰ ਲੱਗਦਾ ਜਿਵੇਂ ਮਹਿੰਦਰੂ ਜੀ ਕਹਿ ਰਹੇ ਆ ਕਿ ਜਿਹੜੀ ਇਸ ਵਕਤ ਵਿਰੋਧੀ ਧਿਰ ਹੈਗੀ ਹੈ ਜੇ ਉਹੀ ਸਰਕਾਰੀ ਧਿਰ ਦਾ ਹਿੱਸਾ ਬਣ ਜਾਊਗੀ ਤੇ ਵਿਰੋਧੀ ਧਿਰ ਵਾਸਤੇ ਜਗ੍ਹਾ ਜਿਹੜੀ ਹੈ ਉਹ ਬੀਜੇਪੀ ਨੂੰ ਆਪਣੇ ਆਪ ਜਿਹੜੀ ਮਿਲ ਜਾਂਦੀ। ਤੇ ਤੀਜੇ ਪਾਸੇ ਆਪਾਂ ਅਗਰ ਗੱਲ ਕਰਦੇ ਹਾਂ, ਹਾਲ ਦੇ ਵਿੱਚ ਵਾਰਡਬੰਦੀ ਹੋਈ ਸੀ ਨਗਰ ਨਿਗਮ ਚੋਣਾਂ ਵਾਸਤੇ, ਤੇ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਭਵਿੱਖ ਦਾ ਸ਼ਾਇਦ ਇਹ ਗੱਠਜੋੜ ਦੀ ਪਹਿਲੇ ਕਿਤੇ ਉਮੀਦ ਜਾਪਦੀ ਸੀ ਕਿ ਚੋਣਾਂ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਦੇਰੀ ਕਰਨਾ ਚਾਹੁੰਦੀ ਹੈ ਸਰਕਾਰ, ਤੇ ਉਹਦੇ 'ਚ ਕਾਂਗਰਸ ਪਾਰਟੀ ਨੇ ਜਿਹੜੀ ਹੈ ਪਟੀਸ਼ਨ ਪਾਤੀ ਹਾਈ ਕੋਰਟ ਦੇ ਵਿੱਚ, ਤੇ ਉਹਨਾਂ ਨੇ ਵਾਰਡਬੰਦੀ ਦਾ ਜਿਹੜਾ ਰਿਕਾਰਡ ਤਲਬ ਕਰ ਲਿਆ। ਤੇ ਹੁਣ ਚੋਣਾਂ ਜਿਹੜੀਆਂ ਉਹ ਹੋਰ ਦੇਰ ਨਾਲ ਹੋ ਜਾਣਗੀਆਂ, ਸੁਣਵਾਈ ਜਿਹੜੀ ਆ 29 ਤਰੀਕ ਨੂੰ ਤੇ ਹੋਣੀ ਆ। ਇਹਨਾਂ ਦੋਨਾਂ ਗੱਲਾਂ ਨੂੰ ਕਿਵੇਂ ਜੁੜਦੀਆਂ ਨੇ, ਇਹ ਕਿਵੇਂ ਦੇਖਦੇ ਹੋ ਇਹਨਾਂ ਸਮੀਕਰਨਾਂ? ਸੰਧੂ ਸਾਹਿਬ, ਇੱਕ ਪੁਰਾਣੀ ਕਹਾਵਤ ਹੈ, ਕਹਿੰਦੇ ਚੋਰ ਤੇ ਕੁੱਤੀ ਰਲੇ ਹੋਏ ਨੇ। ਹੁਣ ਜਿਹਦਾ ਫਰਜ਼ ਬਣਦਾ ਵਾ ਤੁਹਾਡੇ ਗਲਤ ਕੰਮਾਂ ਨੂੰ ਰੋਕਣਾ, ਜਦੋਂ ਉਹ ਹੀ ਤੁਹਾਡੇ ਨਾਲ ਰਲੇ ਹੋਏ ਨੇ ਤੇ ਫਿਰ ਕੌਣ ਗਲਤ ਕੰਮ ਤੇ ਕਿਹੜਾ ਰੋਕਣ ਵਾਲਾ ਤੇ ਕਿਹੜੇ ਗਲਤ ਕੰਮ ਰਹਿ ਜਾਂਦੇ ਨੇ। ਇਹ ਮੈਂ ਬੇਨਤੀ ਕਰਾਂ, ਅਸੀਂ ਪਹਿਲਾਂ ਵੀ ਬੜੀ ਵਾਰ ਇਹ ਗੱਲ ਕਹੀ ਆ ਕਿ ਕਾਂਗਰਸ ਦੀ ਬੀ ਟੀਮ ਆ, ਇਹ ਰਲੇ ਹੋਏ ਨੇ, ਰਲ ਕੇ ਖੇਡਦੇ ਨੇ ਔਰ ਇਹ ਅੱਜ ਉਹ ਚੀਜ਼ਾਂ ਜਿਹੜੀਆਂ ਜੱਗ ਜ਼ਾਹਰ ਹੋ ਕੇ ਸਾਹਮਣੇ ਆ ਗਈਆਂ ਨੇ। ਹਾਂ, ਜਿੱਥੋਂ ਤੱਕ ਗੱਲ ਰਹੀ ਉਹ ਕਹਿਣਾ ਕੁਛ ਤੇ ਕਰਨਾ ਕੁਛ ਵਾਲੀਆਂ ਪ੍ਰਸਥਿਤੀਆਂ ਬਣ ਰਹੀਆਂ ਨੇ, ਜਿਨ੍ਹਾਂ ਨੂੰ ਇਹ ਕਰਪਟ ਤੇ ਦੋਸ਼ੀ ਸਾਬਤ ਕਰਨ ਦੇ ਵਿੱਚ ਇੱਕ ਬੰਨੇ ਇਹਨਾਂ ਵਕੂਆ ਬਣਾਇਆ ਹੋਇਆ ਤੇ ਦੂਜੇ ਬੰਨੇ ਉਹਨਾਂ ਨਾਲ ਹੀ ਮੈਂ ਹੁਣੇ ਬੇਨਤੀ ਕਰਕੇ ਹਟਿਆ ਵੀ ਇਹ ਕੋਈ ਸਿਧਾਂਤ ਹੀ ਨਹੀਂ ਹੈਗਾ ਇਹਨਾਂ ਦਾ। ਇਹ ਸਿਰਫ ਇੱਕ ਦੇਖੋ, ਮੈਂ ਇੱਕ ਬੇਨਤੀ ਕਰਦਾ ਹਾਂ, ਇਸ ਟਾਈਮ ਉਹ ਮੱਛੀ ਦੀ ਅੱਖ ਵੱਲ ਧਿਆਨ ਹੈ ਸਾਰਿਆਂ ਦਾ ਕਿ ਕਿਹੜਾ ਵੇਲਾ ਹੋਵੇ ਕਿ ਸ਼੍ਰੀ ਨਰਿੰਦਰ ਮੋਦੀ ਨੂੰ ਅਸੀਂ ਢਾਹ ਲਈਏ। ਦੇਸ਼ ਬੜੀ ਤਰੱਕੀ ਵੱਲ ਨੂੰ ਵੱਧ ਰਿਹਾ, ਬੜੀਆਂ ਉਚਾਈਆਂ ਨੂੰ ਛੂਹ ਰਿਹਾ। ਉਸ ਉਚਾਈਆਂ ਨੂੰ ਛੂਹਣ ਤੋਂ ਕਿਵੇਂ ਰੋਕਣਾ ਵਾ, ਦੇਸ਼ ਦੀ ਜਿਹੜੀ ਤਰੱਕੀ ਹੈ ਉਹਨੂੰ ਕਿਵੇਂ ਰੋਕਣਾ ਵਾ, ਉਹਦੇ ਵਾਸਤੇ ਇਹ ਗਠਬੰਧਨ ਕੀਤਾ ਗਿਆ। ਇਹ ਗਠਬੰਧਨ ਨਿਰਾਧਾਰ ਗਠਬੰਧਨ ਹੈ, ਇਹਦੇ ਵਿੱਚ ਕੋਈ ਸਿਧਾਂਤ ਹੀ ਨਹੀਂ ਹੈਗਾ ਇਹਨਾਂ ਦਾ। ਕੋਈ ਪਾਰਟੀ ਦਾ ਇੱਕ ਦੂਜੇ ਨਾਲ ਕੋਈ ਵਿਚਾਰਧਾਰਾ ਨਹੀਂ ਰਲਦੀ। ਜਦੋਂ ਸਾਡੀ ਦੇਖੋ ਮਾਫੀ ਦੇਣਾ, ਜਦੋਂ ਵੀ ਕੋਈ ਦੋ ਲੋਕ ਇਕੱਠੇ ਚੱਲਦੇ ਨੇ ਨਾ, ਉਹਨਾਂ ਦੇ ਵਿੱਚ ਵਿਚਾਰਾਂ ਦੀ ਸਾਂਝ ਹੋਣੀ ਬੜੀ ਜ਼ਰੂਰੀ ਆ। ਤੇ ਜਦੋਂ ਮੈਂ ਨੈਗੇਟਿਵ ਥਿੰਕਿੰਗ ਦਾ ਮਾਲਕ ਹਾਂ, ਤੁਸੀਂ ਪੋਜ਼ਿਟਿਵ ਥਿੰਕਿੰਗ ਦੇ ਮਾਲਕ ਹੋ, ਤੇ ਅਸੀਂ ਦੋ ਬੰਦੇ ਇਕੱਠੇ ਕਿੱਦਾਂ ਚੱਲ ਪਾਵਾਂਗੇ? ਤੇ ਸਿੱਧੀ ਗੱਲ ਹੈ, ਇਹ ਸਿਰਫ ਤੇ ਸਿਰਫ ਇਹਨਾਂ ਨੇ ਇੱਕ ਗੈਰ ਸੰਵਿਧਾਨਕ ਗਠਬੰਧਨ ਕੀਤਾ ਵਾ, ਜਿਹਦੇ ਵਿੱਚ ਇੱਕ ਏਜੰਡਾ, ਸਾਰਿਆਂ ਦਾ ਇੱਕ ਏਜੰਡਾ ਵਾ। ਉਹ ਸਾਰਿਆਂ ਠੱਗਾਂ ਨੇ ਰਲ ਕੇ ਇੱਕ ਪਲਾਨ ਕੀਤਾ ਵੀ ਕਿਹੜੇ ਤਰੀਕੇ ਹੋਵੇ ਕਿ ਇਮਾਨਦਾਰ ਬੰਦੇ ਨੂੰ ਰੋਕਣਾ ਕਿਵੇਂ ਆ। ਪਰ ਮੈਂ ਇਹ ਸਮਝਦਾ ਕਿ ਸਾਡੇ ਦੇਸ਼ ਦੇ ਲੋਕ ਬਹੁਤ ਸੂਝਵਾਨ ਨੇ, ਸਿਆਣੇ ਨੇ,
ਔਰ ਉਹ ਇਹੋ ਜਿਹੀ ਖਤਾ ਦੁਬਾਰਾ ਇਹਨਾਂ ਦੀਆਂ ਭੰਬਲ ਭੂਸਿਆਂ 'ਚ ਨਹੀਂ ਪੈਣਗੇ ਔਰ ਇਹਨਾਂ ਨੇ ਉਲਝਣਗੇ ਨਹੀਂ। ਉਹ ਆਪਣੀ ਨੀਅਤ ਨੀਤੀ ਨੂੰ ਵੇਖਦੇ ਹੋਏ ਜਿਹੜੀ ਸੱਚੇ ਪੋਲਿਟਿਕਸ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਹੀ ਉਹ ਦੁਬਾਰਾ ਮੌਕਾ ਦੇਣਗੇ। ਔਰ ਮੇਰਾ ਇਹ ਮੰਨਣਾ ਕਿ ਸ਼੍ਰੀ ਨਰਿੰਦਰ ਮੋਦੀ ਦੁਬਾਰਾ ਬੜੇ ਵੱਡੇ ਫਤਵੇ ਦੇ ਨਾਲ ਦੁਬਾਰਾ ਦੇਸ਼ ਦੇ ਵਿੱਚ ਰਾਜ ਕਰਨਗੇ। ਔਰ ਜਿਹੜੀ ਵੀ ਇਹਨਾਂ ਨੇ ਨੀਤੀ ਬਣਾਈ ਆ ਉਹ ਇਹਨਾਂ ਦੀ ਪੂਰੀ ਤਰ੍ਹਾਂ ਧਰੀ ਧਰਾਈ ਰਹਿ ਜਾਏਗੀ। ਪੰਜਾਬ ਦੇ ਅੱਜ ਹਰ ਪੰਜਾਬੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਠੱਗਿਆ ਮਹਿਸੂਸ ਕਰ ਰਿਹਾ ਕਿ ਕਿਹੜੇ ਵਿਸ਼ਵਾਸ ਨਾਲ ਅਸੀਂ ਅੱਜ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਤੇ ਅੱਜ ਉਹ ਉਹਨਾਂ ਨਾਲ ਹੀ ਜਾ ਰਲੀ ਹੈ ਜਿਨ੍ਹਾਂ ਦੇ ਖਿਲਾਫ ਅਸੀਂ ਵੋਟਾਂ ਪਾਈਆਂ ਸੀ। ਤੇ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਇਹ ਸੈਟੀਸਫਾਈ ਕਰਨਗੇ? ਜੀ ਮਹਿੰਦਰੋ ਜੀ, ਕਮਰ ਮੰਜ਼ਲ ਜੀ ਕਹਿੰਦੇ ਠੱਗੇ ਹੋਏ ਮਹਿਸੂਸ ਕਰਦੇ ਨੇ ਪੰਜਾਬ ਦੇ ਲੋਕ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਕਾਂਗਰਸ ਲੀਡਰਸ਼ਿਪ ਆ ਉਹ ਵੀ ਆਪਣੇ ਆਪ ਨੂੰ ਠੱਗਿਆ ਹੀ ਮਹਿਸੂਸ ਕਰ ਰਹੀ ਆ। ਪਿਛਲੇ ਦਿਨੀ ਚਰਚਾ ਤੇ ਇਹ ਵੀ ਸੁਣੀ ਗਈ ਸੀ ਕਿ ਕੁਝ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਉਹ ਬੀਜੇਪੀ ਦੇ ਸੰਪਰਕ ਵਿੱਚ ਨੇ ਤੇ ਉਹਨਾਂ ਦੀ ਬੀਜੇਪੀ ਸ਼ਾਮਲ ਹੋਣ ਦੀ ਜਿਹੜੀ ਆ ਗੱਲ ਵੀ ਚੱਲ ਪਈ ਆ। ਤੇ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਜਾਂਦੇ ਨੇ ਤੇ ਦੂਜੇ ਪਾਸੇ ਬੀਜੇਪੀ ਰਹਿ ਜਾਂਦੀ ਆ ਤੇ ਬੀਜੇਪੀ ਜਿਹੜੀ ਆ ਉਹ ਵਿਰੋਧੀ ਧਿਰ ਦੀ ਭੂਮਿਕਾ 'ਚ ਆ ਜਾਏਗੀ ਆਪਣੇ ਆਪ। ਕਿਤੇ ਨਾ ਕਿਤੇ ਲੱਗਦਾ ਕਿ ਬੀਜੇਪੀ ਜਿਹੜੀ ਹੈ ਆਉਣ ਵਾਲੀਆਂ ਚੋਣਾਂ ਤੱਕ ਜਿਹੜੀ ਆਪਣੀ ਇੱਕ ਵੱਡੀ ਭੂਮਿਕਾ ਵਿੱਚ ਜਿਹੜੀ ਆ ਨਜ਼ਰ ਆਏਗੀ। ਤੇ ਬੀਜੇਪੀ ਵਾਲੇ ਤਾਂ ਦੋਨਾਂ ਹੱਥਾਂ 'ਚ ਲੱਡੂ ਜਾਪਦੇ ਆ। ਜੇ ਇਹ ਗੱਠ ਜੋੜ ਉਹਨੂੰ ਤਾਂ ਨਿਭ ਜਾਂਦਾ ਤਾਂ ਵੀ ਇਹਨਾਂ ਕੋਲ ਬਹਾਨਾ ਮਿਲ ਗਿਆ ਵੀ ਲਓ ਜੀ ਇਹ ਚੋਰ ਕੁੱਤੀ ਰਲ ਗਏ ਨੇ। ਤੇ ਜੇ ਇਹ ਨਹੀਂ ਨਿਭਦਾ ਉਹਨਾਂ ਦਾ ਤੇ ਜੇ ਕਾਂਗਰਸੀ ਜਿਹੜੇ ਇੱਥੋਂ ਦਾ ਖੇਮਾ ਟੁੱਟ ਕੇ ਜਿਹੜਾ ਉਹ ਹੋਰ ਧਿਰ ਚਾਹੀਦਾ ਬੀਜੇਪੀ 'ਚ ਆ ਜਾਂਦਾ ਤੇ ਫਿਰ ਤਾਂ ਵੀ ਹੱਥ ਲੱਡੂ ਹੈ ਕਿ ਬੀਜੇਪੀ ਜਿਹੜੀ ਆ ਹੋਰ ਮਜ਼ਬੂਤ ਹੋ ਜਾਂਦੀ ਆ। ਕਿਵੇਂ ਦੇਖਦੇ ਹੋ? ਦੇਖੋ, ਜੋ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦਾ ਗ੍ਰਾਫ ਹੈ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸੀਟਾਂ ਦਾ ਗ੍ਰਾਫ ਘਟਿਆ, ਉਸ ਦੇ ਮੁਤਾਬਿਕ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹ ਕਿਤੇ ਨਾ ਕਿਤੇ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਉਹ ਆਪਣੇ ਆਪ ਨੂੰ ਅਸਮੰਜਸ ਦੀ ਸਥਿਤੀ ਦੇ ਵਿੱਚ ਮਹਿਸੂਸ ਕਰਦੇ ਪਏ ਨੇ ਕਿ ਉੱਪਰ ਦੀ ਜਿਹੜੀ ਵੱਡੀ ਹਾਈਕਮਾਨ ਹੈ ਜਿਨ੍ਹਾਂ ਨੇ ਫੈਸਲੇ ਕਰਨੇ ਹੁੰਦੇ ਆ ਉਹਨਾਂ ਦੇ ਨਾਲ ਤਾਲਮੇਲ ਕਰਕੇ ਨਹੀਂ ਪੁੱਛਿਆ ਜਾਂਦਾ ਵੀ ਪੰਜਾਬ ਦੇ ਵਿੱਚ ਸਾਨੂੰ ਕਿਸ ਪਾਸੇ ਨੂੰ ਫੈਸਲਾ ਲੈਣਾ ਚਾਹੀਦਾ ਹੈ। ਤੇ ਉਹ ਲੋਕ ਆਪਣੇ ਆਪ ਨੂੰ ਕਿਤੇ ਨਾ ਕਿਤੇ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਤਾਲਮੇਲ ਦੇ ਵਿੱਚ ਕਮੀ ਹੈ। ਦੂਸਰੀ ਗੱਲ, ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਵਿਰਾਜਮਾਨ ਹੈ ਔਰ ਉਹ ਕਾਂਗਰਸ ਦੇ ਬੰਦਿਆਂ ਦੇ ਉੱਤੇ ਕਾਰਵਾਈ ਵੀ ਕਰ ਰਹੀ ਹੈ ਔਰ ਪਿਛਲੇ ਜਿਹੜੇ ਕੀਤੇ ਹੋਏ ਕੰਮ ਆ ਉਹਨਾਂ ਦੀ ਸਮੀਖਿਆ ਵੀ ਕਰ ਰਹੀ ਹੈ ਤੇ ਵਿਜੀਲੈਂਸ ਦੇ ਵੱਲੋਂ ਵੀ ਜਿਹੜੀਆਂ ਜਿੱਥੇ ਗਲਤ ਕੋਈ ਕੰਮ ਨਿਕਲਦੇ ਆ ਤੇ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ। ਤਾਂ ਫਿਰ ਬੀਜੇਪੀ ਦੇ ਵਿੱਚ ਆਣਾ ਉਹਨਾਂ ਲੀਡਰਾਂ ਦਾ ਸੁਭਾਵਿਕ ਹੋ ਜਾਂਦਾ ਹੈ ਕਿਉਂਕਿ ਜਿਹੜੇ ਲੋਕ ਸੱਤਾ ਦੇ ਵਿੱਚ ਰਹਿਣਾ ਚਾਹੁੰਦੇ ਨੇ ਉਹ ਸੱਤਾ ਦੇ ਨਾਲ ਜੁੜ ਕੇ ਹੀ ਚੱਲ ਸਕਦੇ ਨੇ ਤੇ ਇਸ ਕਰਕੇ ਫਿਰ ਉਹਨਾਂ ਦੇ ਕੋਲ ਬੀਜੇਪੀ ਜਿਹੜਾ ਆ ਉਹ ਇੱਕ ਪਲੇਟਫਾਰਮ ਐਸਾ ਹੈ ਜਿਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ, ਮੈਂ ਕਈ ਵਾਰੀ ਤੁਹਾਡੇ ਨਾਲ ਜ਼ਿਕਰ ਕਰਦਾ ਹੁੰਨਾ ਕਿ ਜਦੋਂ ਵੀ ਪੰਜਾਬ ਦੇ ਵਿੱਚ ਹੁਣ ਅਗਰ ਆਮ ਆਦਮੀ ਪਾਰਟੀ ਨੂੰ ਕੋਈ ਪਾਰਟੀ ਟੱਕਰ ਦੇਣ ਲਈ ਹੋਏਗੀ ਤਾਂ ਉਹ ਬੀਜੇਪੀ ਹੀ ਹੋਏਗੀ। ਔਰ ਇਸ ਕਰਕੇ ਉਹ ਵੱਡੇ ਲੀਡਰ ਅਗਰ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਜਾਣਗੇ ਔਰ ਪੰਜਾਬ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਜਾਏਗਾ ਤਾਂ ਬੀਜੇਪੀ ਜਿਹੜੀ ਆ ਉਹ ਵਿਪਕਸ਼ ਦੀ ਭੂਮਿਕਾ ਦੇ ਵਿੱਚ ਆਪਣੇ ਆਪ ਆ ਤਾਂ ਜਾਏਗੀ ਔਰ ਮਜ਼ਬੂਤੀ ਦੇ ਨਾਲ ਆਏਗੀ ਔਰ ਆਉਣ ਵਾਲੇ ਜਿਹੜੇ ਇਲੈਕਸ਼ਨਸ ਹੋਣਗੇ ਉਦੋਂ ਤੱਕ ਬੀਜੇਪੀ ਗਰਾਊਂਡ ਲੈਵਲ ਤੇ ਵੀ ਔਰ ਲੀਡਰਸ਼ਿਪ ਲੈਵਲ ਤੇ ਵੀ ਬਹੁਤ ਮਜ਼ਬੂਤ ਹੋ ਜਾਏਗੀ ਔਰ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਦੇ ਲਈ ਬੀਜੇਪੀ ਬਹੁਤ ਮਜ਼ਬੂਤੀ ਦੇ ਨਾਲ ਸਾਹਮਣੇ ਆਏਗੀ ਔਰ ਮੈਂ ਸਮਝਦਾ ਕਿ ਉਹ ਦਿਨ ਜ਼ਿਆਦਾ ਦੂਰ ਨਹੀਂ ਹੈ। ਕਮਰ ਮੰਜ਼ਲ ਜੀ, ਜਾਂਦੇ ਜਾਂਦੇ ਪ੍ਰੋਗਰਾਮ ਦੀ ਸਮਾਪਤੀ ਉੱਤੇ ਤੁਹਾਡੀ ਇੱਕ ਟਿੱਪਣੀ, ਇੱਕ ਛੋਟਾ ਜਿਹਾ ਸਵਾਲ ਆਇਆ ਜਿਹਨ ਦੇ ਵਿੱਚ ਕਿ ਠੀਕ ਹੈ ਜੇ ਇਸ ਵਕਤ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਜਾਂਦੇ ਨੇ ਤੇ ਕੱਲ ਨੂੰ ਫਿਰ ਵਿਜੀਲੈਂਸ ਦਾ ਕੀ ਬਣੂ, ਵਿਜੀਲੈਂਸ ਦੇ ਅਧਿਕਾਰੀਆਂ ਦਾ ਕੀ ਬਣੂ ਜਿਨ੍ਹਾਂ ਨੇ ਪਰਚੇ ਦਰਜ ਕੀਤੇ ਨੇ, ਇਹਨਾਂ ਦੇ ਕਹਿਣ ਦੇ ਉੱਤੇ ਬੜੀ ਵੱਡੀਆਂ ਜਿਹੜੀਆਂ ਕਾਰਵਾਈਆਂ ਚੱਲਦੀਆਂ ਨੇ, ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਵਿਜੀਲੈਂਸ ਦਾ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਦਫ਼ਤਰ ਹੀ ਬੰਦ ਕਰਨਾ ਪੈਣਾ ਹੈ ਐਂਡ ਆਫ ਦੀ ਡੇ। ਜਿਨ੍ਹਾਂ ਨੂੰ ਫੜਨ ਵਾਸਤੇ ਇਹਨਾਂ ਨੇ ਇਹ ਵਿਜੀਲੈਂਸ ਦਾ ਐਡਾ ਵੱਡਾ ਉਹ ਬਣਾਇਆ ਸੀਗਾ, ਪਰਾਕਰਮ ਤਿਆਰ ਕੀਤਾ ਸੀਗਾ, ਉਹ ਜਦੋਂ ਉਹਨਾਂ ਦੇ ਨਾਲ ਹੀ ਜੱਫੀਆਂ ਪੈ ਗਈਆਂ ਨੇ, ਸਾਂਝੀ ਐਡੀ ਗੂੜੀ ਪੈ ਜਾਣੀ ਇਹਨਾਂ ਦੀ ਤੇ ਉਹ ਦਫ਼ਤਰ ਆਲਮੋਸਟ ਉਹਨਾਂ ਨੂੰ ਬੰਦ ਹੀ ਕਰਨਾ ਪਏਗਾ। ਤੇ ਮੈਂ ਉਹ ਬੇਨਤੀ ਤੁਹਾਨੂੰ ਕਰ ਰਿਹਾ ਵੀ ਇਹ ਪੂਰੀ ਦਾ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਹੋਇਆ ਵਾ ਇਸ ਸਾਰੇ ਘਟਨਾਕ੍ਰਮ ਦੇ ਵਿੱਚ। ਵਾਕਈ ਅੱਜ ਹਰ ਪੰਜਾਬੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ। ਉਹਦਾ ਇਹੀ ਇੱਕੋ ਇੱਕ ਕਾਰਨ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਣਾ ਗਿਰਕਟ ਵਾਂਗੂ ਰੰਗ ਬਦਲਿਆ,
ਜਿਨ੍ਹਾਂ ਨੂੰ ਗਾਲਾਂ ਕੱਢ ਕੇ ਸਰਕਾਰ ਜਾਏ ਨੇ ਤੇ ਅੱਜ ਉਹਨਾਂ ਦੇ ਨਾਲ ਹੀ ਜਾ ਜੱਫੀ ਪਾਈ ਆ। ਤੇ ਇਹ ਸਿੱਧਾ ਮਤਲਬ ਪੰਜਾਬ ਦੇ ਲੋਕਾਂ ਨਾਲ ਡਾਇਰੈਕਟਲੀ ਧੋਖਾ ਆ। ਹੁਣ ਭਗਵੰਤ ਸਿੰਘ ਮਾਨ, ਮੈਂ ਵੀਡੀਓ ਦੇਖ ਰਿਹਾ ਕਿਸ ਤਰ੍ਹਾਂ ਰਾਹੁਲ ਗਾਂਧੀ ਨੂੰ ਜਿਵੇਂ ਨਾ ਬੱਚੇ ਤਰਲਿਆਂ ਨਾਲ ਅੱਗੇ ਹੋ ਗਏ, ਔਰ ਉਹ ਕਿਸ ਤਰ੍ਹਾਂ ਇਹਨੂੰ ਨਿਗਲੈਕਟ ਕਰਕੇ ਕੋਈ ਲਾਗੂ ਨਹੀਂ ਨਿਕਲ ਗਿਆ। ਨਾ ਉਹਨੇ ਕੇਜਰੀਵਾਲ ਨੂੰ ਸਿੱਧੇ ਮੂੰਹ ਨਾਲ ਬੁਲਾਇਆ, ਨਾ ਭਗਵੰਤ ਮਾਨ ਨੂੰ। ਤੇ ਇਹਨਾਂ ਦੀ ਬੇਸ਼ਰਮੀ ਦੇਖੋ ਵੀ ਕਿਸ ਤਰ੍ਹਾਂ ਉਹਦੇ ਮਗਰ ਯੂੰ ਕਰਨ ਵਾਲੀ ਪੋਜੀਸ਼ਨ ਦੇ ਵਿੱਚ ਉਹਦੇ ਮਗਰ ਫਿਰ ਰਹੇ ਸੀਗੇ। ਔਰ ਇਹ ਪੰਜਾਬ ਦੇ ਲੋਕਾਂ ਦੇ ਨਾਲ ਸਿੱਧਾ ਧਰੋਹ ਕਰ ਰਹੀ ਆਮ ਆਦਮੀ ਪਾਰਟੀ ਜੀ। ਮੈਨੂੰ ਲੱਗਦਾ ਕਿ ਅੱਜ ਦੀ ਜਿਹੜੀ ਸਾਡੀ ਵਿਚਾਰ ਚਰਚਾ ਉਹ ਕ੍ਰਿਕਟ ਦੀ ਭਾਸ਼ਾ ਵਿੱਚ ਮੋਦੀ ਜੀ ਦੇ ਗੁਗਲੀ 'ਚ ਫਸਣ ਤੋਂ ਚੱਲੀ ਸੀ ਕਿ ਵਿਰੋਧੀ ਪਾਰਟੀਆਂ ਸੁੱਟੀ ਗੁਗਲੀ ਦੇ ਵਿੱਚ ਫਸ ਗਈਆਂ ਨੇ। ਪਰ ਮੈਨੂੰ ਲੱਗਦਾ ਕ੍ਰਿਕਟ ਤੋਂ ਲੈ ਕੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਗਿਰਗਟ ਦੇ ਰੰਗ ਬਦਲਣ ਤੱਕ ਜਿਹੜਾ ਉਹ ਪਹੁੰਚ ਗਿਆ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਇੱਥੇ ਖਤਮ ਕਰਦੇ ਹਾਂ, ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ।